दुनिया प्राइम टाइम शो का दूजा हिस्सा लैके असीं तुहाडी सेवा च हाज़र हो गए जी। मैं हरजीत सिंह गिल टोरंटो स्टूडियो तो चंडीगढ़ स्टूडियो तो मेरे नाल जुड़ के ने हर रोज़ की तरह सुशील दोसांझ तुहाडे नाल करांगे भारत दीयां खबरां दे उत्ते चर्चा, कुछ विश्लेषण सुशील होरां दी ज़बानी। सब तो पहलां तां मैं दोसांझ साहब तुहाडे नाल गल करनी चाहुंदा। एक BBC की रिपोर्ट मेरे सामने पई आ, उन्होंने पड़ताल की कि जेडे हैल्थ वर्कर या हैल्थ वाले डॉक्टर सीगे कोविड के दौरान जदों मोदी साहब थालियां वजाउण लई कहिंदे सीगे ते डॉक्टरां दे लई बड़ा कहा गया, उन्हां ते फुल्लां दी वर्खा की गई, उन्हां नूं शहीदां दा दर्जा दिता गया जेडे मारे गए। पर जो दुर्दशा कहिंदे आ कि इस वेले हैल्थ मुलाजमां दी ਜਿਹੜੇ ਥੱਲੇ ਵਾਲੇ ਮੁਲਾਜ਼ਮ ਨੇ ਉਹਨਾਂ ਦੀ ਖਾਸ ਕਰਕੇ ਜਿਹੜੇ ਡਾਕਟਰ ਇਸ ਮਹਾਮਾਰੀ ਦੌਰਾਨ ਹੋ ਗਏ ਉਹਨਾਂ ਦੀ ਸਾਰ ਭਾਰਤ 'ਚ ਕਿਸੇ ਨਹੀਂ ਲਈ। ਜਿਹੜੇ ਹੈਲਥ ਵਾਲੇ ਵਰਕਰ ਸੀ ਜਿਨ੍ਹਾਂ ਨੂੰ ਬੜੇ ਯੋਧੇ ਦੱਸਿਆ ਗਿਆ ਸੀ ਉਹਨਾਂ ਦਿਨਾਂ 'ਚ, ਜਿਨ੍ਹਾਂ ਦੀ ਖਾਤਰ ਕਿਹਾ ਗਿਆ ਸੀ ਹਮਨ ਕਰੋ, ਜਿਨ੍ਹਾਂ ਦੀ ਖਾਤਰ ਫੁੱਲਾਂ ਦੀਆਂ ਵਰਖਾ ਕੀਤੀਆਂ ਗਈਆਂ, ਤੇ ਅੱਜ ਅਜੇ ਕੋਵਿਡ 'ਚੋਂ ਅਸੀਂ ਨਿਕਲੇ ਨਹੀਂ, ਤੀਜੀ ਲਹਿਰ ਨੂੰ ਫੇਰ ਤਿਆਰ ਫੇਸ ਕਰਨ ਨੂੰ ਬੈਠੇ ਆ, ਤੇ ਉਹਨਾਂ ਨੂੰ ਭੁਲਾ ਦਿੱਤਾ ਗਿਆ ਕਿਤੇ ਨਾ ਕਿਤੇ। ਨਾ ਕਿਸੇ ਨੂੰ ਮੁਆਵਜ਼ਾ ਮਿਲ ਰਿਹਾ, ना किसी के बच्चों की कोई देखभाल हो रही है, ना BBC ने कुछ एक बंदियां दे उत्ते मतलब स्टोरी की ते ओदी डिटेल मेरे को पई सी। मैं देख रहा सी कि कितनी बुरी तरह जिहड़ी साडियां सरकारां ने ਉਹ ਜਿਹੜੀਆਂ ਨੇ ਉਹ ਪੇਸ਼ ਆਉਂਦੀਆਂ ਨੇ ਆਪਣੇ ਹੀ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਮੁਸੀਬਤ ਦੇ ਵੇਲੇ ਸਰਕਾਰ ਨਾਲ ਡਟ ਕੇ ਸਾਥ ਦਿੱਤਾ ਸੀ। ਇਹ ਜਿਹੜੀ BBC ਦੀ ਰਿਪੋਰਟ ਹੈ ਜੀ, ਇਹ ਉਹ ਹਕੀਕਤ ਹੈ, ਉਹ ਰਿਐਲਿਟੀ ਹੈ ਜਿਹਨੂੰ ਪੜ੍ਹ ਸੁਣ ਕੇ, ਦੇਖ ਕੇ ਜਾਂ ਆਲੇ ਦੁਆਲੇ ਮਹਿਸੂਸ ਕਰਕੇ ਜਿਹੜਾ ਥੋੜੀ ਬਹੁਤ ਵੀ ਜ਼ਮੀਰ ਵਾਲਾ ਬੰਦਾ ਆ ਉਹਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਸਾਡੇ ਮੁਲਕ ਦੇ ਵਿੱਚ ਹੋ ਕੀ ਰਿਹਾ। ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ, ਜਿਨ੍ਹਾਂ ਦਾ ਇਹ ਕੰਮ ਹੈ, ਕਾਰਜ ਹੈ, ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਪਰ ਯਾਦ ਹੋਣਾ ਕਿ ਕੋਵਿਡ ਦੇ ਦਿਨਾਂ ਦੇ ਦੌਰਾਨ ਹੀ ਜਦੋਂ ਵੈਕਸੀਨ ਲਵਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਜਦੋਂ ਪਹਿਲਾ ਇੰਜੈਕਸ਼ਨ ਲਵਾਇਆ ਤੇ ਉਹ ਸੀਨ ਸਾਰੀ ਦੁਨੀਆ ਦੇ ਵਿੱਚ ਦੇਖਿਆ ਗਿਆ ਤੇ ਉਹਦੇ ਬਾਰੇ ਜਿਹੜੀ ਖਬਰ ਆਈ, ਜੋ ਜਿਹੜੀ ਨਰਸ ਲਾ ਰਹੀ ਸੀ ਇੰਜੈਕਸ਼ਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਖਿਓ ਜਰਾ ਹਿਸਾਬ ਨਾਲ ਲਾਇਓ, ਅਸੀਂ ਪੋਲੀਟੀਸ਼ੀਅਨ ਹੁੰਦੇ ਆ, ਸਾਡੀ ਜਿਹੜੀ ਚਮੜੀ ਬਹੁਤ ਮੋਟੀ ਹੁੰਦੀ ਹੈ, ਅਸੀਂ ਮੋਟੀ ਚਮੜੀ ਵਾਲੇ ਆ। ਇਹ ਨਰਿੰਦਰ ਮੋਦੀ ਦੇ ਬੋਲ ਹੈ ਉਸ ਵੇਲੇ ਦੇ ਜਦੋਂ ਇੱਕ ਨਰਸ ਉਹਨਾਂ ਦੇ ਪਹਿਲਾ ਇੰਜੈਕਸ਼ਨ ਲਾ ਰਹੀ ਸੀ, ਵੈਕਸੀਨ ਲਾ ਰਹੀ ਸੀ। ਇਹ ਆਪਣੇ ਆਪ ਦੇ ਵਿੱਚ ਪ੍ਰਤੀਕ ਹੈ। ਕਿਸੇ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਕਹਿਣਾ ਆਪਣੇ ਆਪ ਦੇ ਵਿੱਚ ਇੱਕ ਪ੍ਰਤੀਕ ਹੈ ਕਿ ਅਸਲ ਦੇ ਵਿੱਚ ਵੀ ਓਵਰਆਲ ਮੁਲਕ ਨੂੰ ਕਿਵੇਂ ਇਹ ਲੋਕ ਚਲਾ ਰਹੇ ਨੇ ਜਾਂ ਚਲਾਉਣਾ ਚਾਹੁੰਦੇ ਨੇ ਜਾਂ ਚਲਾ ਹੀ ਰਹੇ। ਤੇ ਰੱਬ 'ਚ ਆਪਣਾ ਕੋਈ ਯਕੀਨ ਨਹੀਂ ਹੈ, ਪਰ ਫਿਰ ਵੀ ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਭਾਰਤ ਜਿਹੜਾ ਆ ਉਹ ਸ਼ਾਇਦ ਰੱਬ ਦੇ ਆਸਰੇ ਚੱਲਦਾ, ਕਿਉਂਕਿ ਜਿਸ ਕਿਸਮ ਦੇ ਹਾਲਾਤ ਨੇ ਉਹਦੇ 'ਚ ਸਰਕਾਰ 'ਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਕੋਈ ਚਿੰਤਾ ਨਹੀਂ ਹੈ। ਉਹ ਸਿਰਫ ਆਪਣੀ ਪਿੱਠ ਥਾਪੜਦੇ ਨੇ, ਇੱਕ ਦੋ ਕੇਸ ਫੜਦੇ ਨੇ, ਯੋਧੇ ਕਹਿ ਕੇ ਪ੍ਰਚਾਰਿਆ ਗਿਆ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਅਸੀਂ ਵੀ ਦੇਖਿਆ, ਪਰ ਹਕੀਕੀ ਰੂਪ ਦੇ ਵਿੱਚ ਕਿਤੇ ਵੀ ਉਹ ਨਹੀਂ ਹੈ। ਜਿੰਨਾ ਜ਼ਿਆਦਾ ਕੋਵਿਡ ਦੇ ਦੌਰਾਨ ਇਹ ਜਿਹੜਾ ਡਾਕਟਰਸ ਨੇ ਜਾਂ ਨਰਸਿਸ ਨੇ ਜਾਂ ਵੋਲੰਟੀਅਰਸ ਜਿਨ੍ਹਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਐਜ਼ ਏ ਵੋਲੰਟੀਅਰਸ, ਕੁਝ ਵਿਦਿਆਰਥੀ ਵੀ ਐਜ਼ ਏ ਵੋਲੰਟੀਅਰ ਕੰਮ ਕਰਦੇ ਰਹੇ ਜਦਕਿ ਸਾਰਾ ਕੁਝ ਬੰਦ ਸੀ। ਇਹਨਾਂ ਦੀ ਮਹਾਨਤਾ ਨੂੰ ਸਲਾਮ ਹੈ ਲਾਜ਼ਮੀ ਤੌਰ ਦੇ ਉੱਤੇ, ਤੇ ਜਿੰਨਾ ਨੁਕਸਾਨ ਉਹਨਾਂ ਦਾ ਹੋਇਆ ਉਹਦਾ ਵੀ ਕੋਈ ਪਾਰ ਉਤਾਰਾ ਨਹੀਂ ਹੈ, ਪਰ ਉਹਦੇ ਵੱਲ ਧਿਆਨ ਬਿਲਕੁਲ ਦੇਣਾ ਨਾ ਹੀ ਦੇਣਾ, ਬਿਲਕੁਲ ਦੇਖਣਾ ਹੀ ਨਹੀਂ ਉਹਨਾਂ ਵੱਲ, ਤੇ ਇਹ ਉਹਨਾਂ ਦੀ ਤੌਹੀਨ ਵੀ ਹੈ। ਤੇ ਨਾਲ ਦੀ ਨਾਲ ਸਾਡੇ ਸਿਸਟਮ ਦੀ, ਸਾਡੇ ਪ੍ਰਬੰਧ ਦੀ, ਜਿਹੜਾ ਪ੍ਰਬੰਧ ਰਨ ਕਰਨ ਵਾਲੇ ਲੋਕ ਜਿਹੜੇ ਸਾਡੇ ਸਾਹਮਣੇ ਆ, ਤੇ ਉਹਦੀ ਵੀ ਪੂਰੀ ਤਰ੍ਹਾਂ ਫੇਲਿਅਰ ਹੈ ਜੀ। ਹਰਜੀਤ ਗਿੱਲ ਬਿਲਕੁਲ ਦਸਾਂਝ ਸਾਹਿਬ, BBC ਦੀ ਮੈਂ ਰਿਪੋਰਟ ਵੇਖ ਰਿਹਾ ਸੀ ਡਿਟੇਲ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਡੇਟ ਵਾਈਜ਼ ਬਿਊਰਾ ਦਿੱਤੇ ਬਹੁਤ ਸਾਰੀਆਂ ਚੀਜ਼ਾਂ ਦੇ। ਉਹਨਾਂ ਨੇ ਕਿਹਾ ਕਿ 26 ਮਾਰਚ 2020 ਵਾਲੇ ਦਿਨ
ਜਿਹੜੀ ਭਾਰਤ ਦੀ ਵਿੱਤ ਮੰਤਰੀ ਆ ਨਿਰਮਲਾ ਰਮਨ ਜਿਹੜੇ ਕੀ ਨੇ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰ ਹਰ ਇੱਕ ਸਿਹਤ ਮੁਲਾਜ਼ਮ ਦਾ 50 ਲੱਖ ਦਾ ਬੀਮਾ ਕਰ ਰਹੀ ਆ ਕਿ ਜੇ ਉਹਨਾਂ ਵਿੱਚੋਂ ਕਿਸੇ ਦੀ ਇਸ ਤਰ੍ਹਾਂ ਇਸ ਦੌਰਾਨ ਮੌਤ ਹੋ ਜਾਂਦੀ ਹੈ ਤੇ 50 ਲੱਖ ਮਿਲੂਗਾ। ਤੇ ਉਸ ਤੋਂ ਬਾਅਦ 21 ਨਵੰਬਰ ਨੂੰ 2020 ਦੀ ਹੀ ਗੱਲ ਹੈ ਕਿ ਸਿਹਤ ਮੰਤਰਾਲੇ ਦੀ ਜਿਹੜੀ ਸਥਾਈ ਕਮੇਟੀ ਹੁੰਦੀ ਆ ਉਹਨਾਂ ਨੇ ਕਰੋਨਾ ਮਾਮਲਿਆਂ ਤੇ ਰਿਪੋਰਟ ਦਿੰਦਿਆਂ ਹੋਇਆ ਕਿਹਾ ਸੀਗਾ ਕਿ ਜਿਨ੍ਹਾਂ ਡਾਕਟਰਾਂ ਦੀ ਕਰੋਨਾ ਦੌਰਾਨ ਮੌਤ ਹੋਈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏਗਾ ਤੇ ਉਹਨਾਂ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਮਿਲੇਗਾ। ਤੇ ਫਿਰ 30 ਜੂਨ 2021 ਤੱਕ ਕੁਝ ਨਹੀਂ ਹੋਇਆ ਤੇ BBC ਨੇ 30 ਜੂਨ 2021 ਨੂੰ ਮਾਰੇ ਗਏ ਮੁਲਾਜ਼ਮਾਂ ਦੇ ਮੁਆਵਜ਼ੇ ਬਾਰੇ ਇੱਕ RTI ਪਾਈ ਸੀਗੀ ਤੇ ਜਾਣਕਾਰੀ ਮੰਗੀ ਸੀ ਸਰਕਾਰ ਕੋਲੋਂ ਕਿ ਉਹਨਾਂ ਨੂੰ ਕਿੰਨਾ ਮੁਆਵਜ਼ਾ, ਕਿੰਨੇ ਸ਼ਹੀਦ ਹੋਏ ਤੇ ਕੀ ਤੁਸੀਂ ਬੀਮੇ ਦੀਆਂ ਰਕਮਾਂ ਦਿੱਤੀਆਂ। ਪਰ ਸਰਕਾਰ ਦਾ ਜਵਾਬ ਆਇਆ ਸੂਚਨਾ ਤਤਕਾਲ ਉਪਲਬਧ ਨਹੀਂ ਹੈ, ਯਾਨੀ ਕਿ ਕੋਈ ਸੂਚਨਾ ਸਰਕਾਰ ਕੋਲ ਇਸ ਵੇਲੇ ਅਜੇ ਤੱਕ ਨਹੀਂ ਹੈ ਕਿ ਕਿੰਨੇ ਉੱਥੇ ਮਾਰੇ ਗਏ ਨੇ। ਔਰ ਹੈਰਾਨੀ ਦੀ ਗੱਲ ਇਹ ਆ ਕਿ IMA ਵਰਗੀ ਇੱਕ ਵੱਡੀ ਸੰਸਥਾ ਹੈ ਡਾਕਟਰਾਂ ਦੀ ਔਰ ਬੜੀ ਸਟਰੋਂਗ ਸੰਸਥਾ ਆ, ਉਹਦੇ ਵੱਲੋਂ ਵੀ ਕੋਈ ਐਡਾ ਯਤਨ ਨਹੀਂ ਹੋ ਰਿਹਾ। ਪੰਜਾਬ ਦੇ ਡਾਕਟਰ ਸੜਕਾਂ ਤੇ ਆਏ ਸੀ ਪਿੱਛੇ ਜਿਹੇ, ਉਹਨਾਂ ਨਾਲ ਜਿਹੜੀ ਅਨੋਮਲੀਜ਼ ਵਗੈਰਾ ਦੀ ਗੱਲ ਸੀਗੀ ਪੇ ਕਮਿਸ਼ਨ ਦੀ, ਉਹ ਵੀ ਉਹਨਾਂ ਦੀ ਆਈ ਗਈ ਕਿ ਆਪਾਂ ਪ੍ਰੋਗਰਾਮ ਵੀ ਇੱਕ ਸਪੈਸ਼ਲ ਕੀਤਾ ਸੀ ਡਾਕਟਰ ਹਰਦੀਪ ਰਾ ਨਾਲ ਕਿ ਸਿਹਤ ਮੁਲਾਜ਼ਮਾਂ ਨਾਲ ਖਾਸ ਕਰਕੇ ਡਾਕਟਰਾਂ ਨਾਲ ਸਰਕਾਰ ਕੀ ਕਰ ਰਹੀ ਆ। ਤੇ ਇਹ ਸਰਕਾਰ ਦਾ ਮਤਲਬ ਜਿਹੜਾ ਰਵੱਈਆ ਆ ਉਹਨਾਂ ਪ੍ਰਤੀ ਜਿਨ੍ਹਾਂ ਨੂੰ ਉਹ ਬੜੇ ਯੋਧੇ ਕਹਿੰਦੀ ਰਹੀ ਆ, ਜਿਨ੍ਹਾਂ ਦੇ ਫੁੱਲਾਂ ਦੀ ਵਰਖਾ ਕਰਦੀ ਰਹੀ ਆ, ਜਿਨ੍ਹਾਂ ਦੀ ਖਾਤਰ ਲੋਕਾਂ ਨੂੰ ਕਹਿੰਦੇ ਰਿਹਾ ਕਿ ਕੈਂਡਲ ਜਗਾਓ ਤੇ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਪਾਰਲੀਮੈਂਟਰੀ ਕਮੇਟੀ ਦੀਆਂ ਰਿਕਾਰਡ ਦੇ ਉੱਤੇ ਨੇ ਤੇ ਅੱਜ ਤੱਕ ਉਹਨਾਂ ਦੇ ਬਾਰੇ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ। ਇਹਦੇ ਚ ਮੈਨੂੰ ਲੱਗਦਾ ਹੈ ਕਿ ਦੇਖੋ ਸਰਕਾਰ ਦਾ ਤਾਂ ਜਿਹੜੀ ਭੂਮਿਕਾ ਉਹ ਤਾਂ ਸਾਡੇ ਸਾਹਮਣੇ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਬਣਦੀ ਹੈ ਤੇ ਜਿਸ ਤਰੀਕੇ ਦੇ ਨਾਲ ਪਿੱਛੇ ਇੱਕ ਵਿਵਾਦ ਹੋਇਆ ਸੀ ਰਾਮਦੇਵ ਦੇ ਮਾਮਲੇ ਦੇ ਵਿੱਚ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਿਵੇਂ ਉਦੋਂ ਸਟੈਂਡ ਲਿਆ ਸੀ ਤੇ ਲੱਗਦਾ ਸੀ ਕਿ ਵੀ ਸ਼ਾਇਦ ਭਵਿੱਖ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹ ਬਿਹਤਰ ਤਰੀਕੇ ਨਾਲ ਆਪਣੇ ਕੰਮ ਨੂੰ ਨਿਭਾਈ ਜਾਏਗੀ। ਇਹ ਜ਼ਿੰਮੇਵਾਰੀ ਵੀ ਸਭ ਤੋਂ ਵੱਧ ਮੈਨੂੰ ਲੱਗਦਾ ਹੈ ਜੇ ਇਸ ਤਰ੍ਹਾਂ ਹੋ ਰਿਹਾ ਤੇ ਅਸੀਂ ਦੇਖ ਰਹੇ ਹਾਂ ਤਾਂ ਇਹ ਜ਼ਿੰਮੇਵਾਰੀ ਵੀ ਸਭ ਤੋਂ ਪਹਿਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਹੈ। ਕੀ ਏਦਾਂ ਆਪਾਂ ਸਮਝ ਲਈਏ ਇਹਨੂੰ ਏਦਾਂ ਵੀ IMA ਜਿਹੜਾ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਸ ਵਿਵਾਦ ਤੋਂ ਬਾਅਦ ਜਿਹੜੀ ਉਹਦੀ ਚੁੱਪੀ ਹੈ ਉਹਦੇ ਪਿੱਛੇ ਕੋਈ ਰਾਜ਼ ਹੋ ਸਕਦਾ ਹੈ, ਕੋਈ ਦਬਾਅ ਹੋ ਸਕਦਾ ਹੈ, ਕਿਉਂਕਿ ਜਿਸ ਢੰਗ ਦੇ ਨਾਲ ਉਸ ਵਿਵਾਦ ਦੇ ਵਿੱਚ ਉਹਨੇ ਇੱਕ ਸਟੈਂਡ ਲਿਆ ਸੀ IMA ਨੇ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਸੀ ਤੇ ਸਮਝਿਆ ਜਾ ਰਿਹਾ ਸੀ ਕਿ ਸਰਕਾਰ ਵਾਸਤੇ ਦਿੱਕਤ ਖੜੀ ਹੋ ਸਕਦੀ ਹੈ। ਪਰ ਉਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਕਿਸੇ ਕਿਸਮ ਦੀ ਐਕਟੀਵਿਟੀ, ਕੋਈ ਕਿਸੇ ਕਿਸਮ ਦੀ ਬਿਆਨਬਾਜ਼ੀ ਜਾਂ ਕਿਤੇ ਵੀ ਕੁਝ ਵੀ ਨਹੀਂ ਦਿਖਾਈ ਦਿੱਤਾ, ਜਿਹਦੇ ਕਰਕੇ ਸ਼ੱਕ ਪੈਦਾ ਹੁੰਦਾ ਹੈ ਕਿ ਜਿਹੜੀ ਇਹ ਸਰਕਾਰ ਸਾਡੇ ਮੁਲਕ ਦੇ ਉੱਤੇ ਹੈ ਜਿਸ ਧਿਰ ਦੀ, ਜਿਵੇਂ ਇਸ ਸਰਕਾਰ ਨੇ ਲਗਭਗ ਸਾਰੇ ਅਦਾਰਿਆਂ ਨੂੰ, ਜਿੰਨੇ ਵੀ ਸੰਵਿਧਾਨਕ ਅਦਾਰੇ ਆ ਜਾਂ ਥੋੜੇ ਬਹੁਤ ਖੁਦ ਮੁਖਤਿਆਰ ਅਦਾਰੇ ਹੈ, ਉਹਨਾਂ ਦੀ ਸੁਤੰਤਰਤਾ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਕੁਚਲੀ ਹੈ ਜਾਂ ਉਹਨਾਂ ਨੂੰ ਕੈਦ ਕੀਤਾ ਹੈ ਵੀ ਕਿਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਉਸ ਇੱਕ ਸਿਲਸਿਲੇ ਦਾ ਹਿੱਸਾ ਤਾਂ ਨਹੀਂ ਬਣ ਗਈ। ਸੋ ਤੁਸੀਂ ਜ਼ਿਕਰ ਕੀਤਾ IMA ਦਾ ਤੇ ਤਾਂ ਮੇਰੇ ਮਨ 'ਚ ਇਹ ਗੱਲ ਆਈ ਵੀ ਇਹ ਗੱਲ ਕਿੱਥੇ ਗਈ ਵੀ ਜਿਹੜੀ IMA ਬਹੁਤ ਬਗਾਵਤੀ ਤੇਵਰ ਦੇ ਵਿੱਚ ਸੀ ਰਾਮਦੇਵ ਦੇ ਇਸ਼ੂ ਦੇ ਉੱਤੇ ਤੇ ਉਹ ਅਚਾਨਕ ਹੀ ਚੁੱਪ ਕਿਉਂ ਹੋ ਗਈ ਤੇ ਹੁਣ ਸਭ ਤੋਂ ਜ਼ਿਆਦਾ ਬੋਲਣ ਦੀ ਉਹਦੀ ਜ਼ਰੂਰਤ ਸੀ। ਸੋ ਚਾਹੇ ਡਾਕਟਰਸ ਹੋਣ, ਨਰਸਿਸ ਹੋਣ, ਵਲੰਟੀਅਰਸ ਹੋਣ, ਉਹਨਾਂ ਦੇ ਨਾਲ ਜੋ ਕੁਝ ਹੋਇਆ, ਉਹਨਾਂ ਦੇ ਪਰਿਵਾਰਾਂ ਨਾਲ ਜੋ ਕੁਝ ਹੋਇਆ, ਵਾਅਦੇ ਜਿਹੜੇ ਕੀਤੇ ਗਏ ਹਵਾ ਹੋ ਗਏ ਤੇ ਸਿਰਫ ਬੱਲੇ ਬੱਲੇ ਲੈਣ ਨੂੰ 50 ਲੱਖ ਦੇ ਬੀਮੇ ਦਾ ਵਾਅਦਾ ਹੋ ਗਿਆ, ਬਾਕੀ ਵਾਅਦੇ ਹੋ ਗਏ। ਪਰ ਪ੍ਰੈਕਟਿਸ ਦੇ ਵਿੱਚ ਇਹ ਹੈ ਵੀ ਜਿੱਦਾਂ ਪਾਰਲੀਮੈਂਟ ਦੇ ਵਿੱਚ ਸਰਕਾਰ ਕਿਸਾਨਾਂ ਦੇ ਮਾਮਲੇ 'ਚ ਮੁੱਕਰ ਗਈ, ਸਾਡੇ ਕੋਲ ਤਾਂ ਕੋਈ ਅੰਕੜਾ ਨਹੀਂ ਤੇ ਹੁਣ ਸਰਕਾਰ ਜਿਹੜੀ ਹੈ ਇਹਦੇ 'ਚ ਵੀ ਮੁੱਕਰ ਗਈ, ਇਹ ਕਹਿ ਕੇ ਕਿ ਜਾਣਕਾਰੀ ਤਤਕਾਲ ਉਪਲਬਧ ਨਹੀਂ ਹੈ। ਕਿਉਂ ਨਹੀਂ ਹੈ? ਸਰਕਾਰ ਕਿੱਥੇ ਹੈ? ਫਿਰ ਸਰਕਾਰ ਦਾ ਕੰਮ ਕੀ ਹੈ? ਇਹ ਵੱਡੇ ਸਵਾਲ ਜਿਹੜੇ ਇਸ ਵੇਲੇ ਗੂੰਜ ਰਹੇ ਨੇ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਜੀ ਦਸਾਂਝ ਸਾਹਿਬ, ਅਫਗਾਨਿਸਤਾਨ ਬਾਰੇ ਕੁਝ ਖਬਰਾਂ ਨੇ ਪਰ ਉਹ ਆਪਾਂ ਬਾਅਦ ਚ ਕਰਾਂਗੇ ਕਿਉਂਕਿ ਥੋੜੇ ਜਿਹਾ ਅੱਜ ਲੇਟ ਹੈ, ਸਮੇਂ ਦੀ ਥੋੜੀ ਜਿਹੀ ਆਪਾਂ ਨੂੰ ਜਿਹੜੀ ਸਮੱਸਿਆ ਰਹਿ ਗਈ। ਪਹਿਲਾਂ ਕੁਝ ਇੱਕ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ। ਪਹਿਲੀ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ, ਉਹ ਅੱਜ ਕੱਲ੍ਹ ਬੜੀ ਚਰਚਾ 'ਚ ਹੈ, ਉਹ ਹੈ ਭਗਵੰਤ ਮਾਨ। ਆਮ ਆਦਮੀ ਪਾਰਟੀ ਦੇ
ਜਿਹੜੀ ਆ ਨੈਸ਼ਨਲ ਕੌਂਸਲ ਕੋਈ ਮੀਟਿੰਗ ਹੋਈ ਆ ਉਹ 'ਚ ਭਗਵੰਤ ਮਾਨ ਰਹੇ ਗੈਰ ਹਾਜ਼ਰ। ਉਹਨਾਂ ਤੇ ਬੜੇ ਦਿਨਾਂ ਤੋਂ ਚਰਚਾ ਚੱਲ ਰਹੀ ਆ ਕਿ ਉਹ ਆਪਣੇ ਆਪ ਨੂੰ ਆਪੇ ਹੀ ਮੁੱਖ ਮੰਤਰੀ ਦਾ ਚਿਹਰਾ ਡਿਕਲੇਅਰ ਕਰ ਰਹੇ ਆ ਤੇ ਕੇਜਰੀਵਾਲ ਰਾਂ ਨੇ ਇੱਕ ਕਿਸਮ ਦਾ ਸਪਸ਼ਟ ਕਹਿ ਹੀ ਦਿੱਤਾ ਸੀਗਾ ਪਿਛਲੇ ਦਿਨੀ ਕਿ ਜਿਹੜਾ ਬੰਦਾ ਇਹੋ ਜਿਹੇ ਅਹੁਦਿਆਂ ਦੀ ਚਾਹ ਲੈ ਕੇ ਬੈਠਾ ਉਹ ਸਾਡੀ ਪਾਰਟੀ 'ਚ ਫਿੱਟ ਨਹੀਂ ਬਹਿੰਦਾ। ਹਾਲਾਂਕਿ ਆਪ ਉਹਨਾਂ ਨੇ ਬਹੁਤ ਸਾਰੇ ਚੇਂਜ ਕਹਿੰਦੇ ਰੂਲ ਕਰਾ ਲਏ ਨੇ। ਪਹਿਲਾਂ ਕਹਿੰਦੇ ਸੀ ਇੱਕ ਪਰਿਵਾਰ ਨੂੰ ਇੱਕੋ ਟਿਕਟ ਮਿਲੇਗੀ, ਹੁਣ 2 ਟਿਕਟਾਂ ਦਾ ਵੀ ਵਿਧਾਨ ਬਣਾ ਲਿਆ। ਕਨਵੀਨਰ 2 ਸਾਲ ਲਈ ਚੁਣਿਆ ਜਾਂਦਾ ਸੀਗਾ ਤੇ 2 ਟਰਮ ਤੋਂ ਵੱਧ ਨਹੀਂ ਸੀ ਰਹਿਣਾ, ਉਹ ਵੀ ਉਹਨਾਂ ਟਰਮ ਵਧਾ ਲਈ ਤੇ 5 ਸਾਲ ਕਰ ਲਈ ਤੇ ਆਪ ਫਿਰ ਆਪੇ ਹੀ ਫਿਰ ਕਨਵੀਨਰ ਬਣ ਕੇ ਬਹਿ ਗਏ। ਇਹ ਜਿਹੜਾ ਆਮ ਆਦਮੀ ਪਾਰਟੀ ਦਾ ਸਿਸਟਮ ਚੱਲ ਰਿਹਾ ਆ ਵਨ ਮੈਨ ਸ਼ੋ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੇ ਪੰਜਾਬ 'ਚ ਤਾਂ ਇਹ ਲੱਗਦਾ ਕਿ ਜਿੱਦਾਂ ਆਮ ਆਦਮੀ ਪਾਰਟੀ ਚਾਹ ਹੀ ਨਹੀਂ ਰਹੀ ਕਿ ਅਸੀਂ ਮਤਲਬ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਟੱਕਰ ਦੇ ਸਕੀਏ ਦੂਜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਧਿਰਾਂ ਨੇ। ਤੇ ਕੁਝ ਲੋਕਾਂ ਦਾ ਮੰਨਣਾ ਇਹ ਆ ਕਿ ਕਿਤੇ ਨਾ ਕਿਤੇ ਕੇਜਰੀਵਾਲ ਰਾਂ ਦੀ ਅੱਖ ਇਹ ਆ ਕਿ ਉਹ ਚਾਹ ਰਹੇ ਨੇ ਕਿ ਮੈਂ ਪੰਜਾਬ 'ਚੋਂ ਇਲੈਕਸ਼ਨ ਲੜ ਕੇ ਤੇ ਪੰਜਾਬ ਦਾ ਸੀਐਮ ਬਣਾ। ਜੇ ਉਹਨਾਂ ਦੀ ਇਹੋ ਜਿਹੀ ਇੱਛਾ ਵੀ ਆ ਤੇ ਮੇਰੇ ਖਿਆਲ ਉਹਨਾਂ ਨੂੰ ਡਿਕਲੇਅਰ ਕਰ ਦੇਣੀ ਚਾਹੀਦੀ ਆ। ਇਹ ਲੋਕਾਂ ਨੇ ਵੇਖਣਾ ਹੈ ਕਿ ਉਹਨਾਂ ਨੂੰ ਉਹ ਪਸੰਦ ਕਰਦੇ, ਕੀ ਪਤਾ ਲੋਕ ਇਸ ਗੱਲ ਤੋਂ ਹੀ ਪਸੰਦ ਕਰ ਲੈਣ ਕਿ ਇਹ ਵਿਅਕਤੀ ਜੇ ਦਿੱਲੀ 'ਚ ਇਹਨੇ ਸੁਧਾਰ ਕਰ ਸਕਦਾ ਹੈ ਤੇ ਜੇ ਪੰਜਾਬ 'ਚ ਆ ਜਾਏਗਾ ਤੇ ਕੁਝ ਉਮੀਦਾਂ ਵੱਜਣਗੀਆਂ। ਤੇ ਉਹ ਪਤਾ ਨਹੀਂ ਡਰ ਵੀ ਰਹੇ ਨੇ ਵਿੱਚੋਂ ਕੀ ਉਹਨਾਂ ਦੀ ਮਤਲਬ ਖੋਖਲੀ ਜੀ ਸਿਆਸਤ ਨਜ਼ਰ ਆ ਰਹੀ ਆ। ਕੁਝ ਲੋਕ ਕਹਿ ਰਹੇ ਨੇ ਕਿ ਉਹ ਆਪਣੀ ਵਾਈਫ ਨੂੰ ਆਪਣੇ ਵਾਲੀ ਸੀਟ ਤੋਂ ਦਿੱਲੀ ਤੋਂ ਜਾਂ ਦਿੱਲੀ 'ਚ ਕੋਈ ਸੀਟ ਖਾਲੀ ਕਰਾ ਕੇ ਇਲੈਕਸ਼ਨ ਲੜਾਉਣਾ ਚਾਹ ਰਹੇ ਨੇ ਤੇ ਆਪ ਪੰਜਾਬ ਦੇ ਵਿੱਚ ਆ ਕੇ ਇਲੈਕਸ਼ਨ ਲੜਨਗੇ। ਤੁਹਾਨੂੰ ਯਾਦ ਹੋਣਾ ਮੈਂ ਕਿਤੇ ਸਵਾਲ ਉਠਾਇਆ ਸੀ ਕਿ ਵਿਧਾਨ ਸਭਾ 'ਚ ਜੇ ਤੁਹਾਡੀ ਮੈਂਬਰ ਹੋਵੇ, ਤੁਸੀਂ ਵੋਟਰ ਹੋ ਉਸ ਸਟੇਟ ਦੇ, ਤਾਂ ਹੀ ਉੱਥੋਂ ਇਲੈਕਸ਼ਨ ਲੜ ਸਕਦੇ ਹੋ। ਇਹ ਗੱਲ ਕਾਫੀ ਕਲੀਅਰ ਹੈ ਕਿ ਦਿੱਲੀ ਵਾਲਾ ਵਿਅਕਤੀ ਪੰਜਾਬ 'ਚ ਆ ਕੇ ਇਲੈਕਸ਼ਨ ਨਹੀਂ ਲੜ ਸਕਦਾ ਅਨਲੈਸ ਉਹ ਪੰਜਾਬ ਦੀ ਵੋਟਰ ਸੂਚੀ 'ਚ ਨਹੀਂ ਹੈ। ਇਹ ਪਤਾ ਨਹੀਂ ਤੁਸੀਂ ਕਿਹਾ ਸੀ ਕਿ ਮੈਂ ਇਹਦੇ ਬਾਰੇ ਵੇਰਵਾ ਲੈ ਕੇ ਤੁਹਾਨੂੰ ਦੱਸਾਂਗਾ। ਮੇਰਾ ਖਿਆਲ ਹੈ ਕਿ ਇਹ ਗੱਲ ਪੱਕੇ ਤੌਰ ਤੇ ਆ। ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬ 'ਚ ਵੋਟ ਵੀ ਬਣਾਉਣੀ ਪਏਗੀ ਜੇ ਉਹਨਾਂ ਨੇ ਆਪ ਇਲੈਕਸ਼ਨ ਲੜਨੀਆਂ, ਜੇ ਸਮਾਂ ਹੈ। ਸੋ ਇਹ ਸਾਰਾ ਜਿਹੜਾ ਮਤਲਬ ਦੁਬਿਧਾ ਵਿੱਚ ਨੇ, ਇਹਦੇ ਪਿੱਛੇ ਕੀ ਕਾਰਨ ਹੈ? ਦੇਖੋ, ਗਲਤੀ ਤਾਂ ਉਹ ਕਰ ਬੈਠੇ ਪਹਿਲਾਂ। ਵੈਸੇ ਤਾਂ ਜਦੋਂ ਤੋਂ ਆਮ ਆਦਮੀ ਪਾਰਟੀ ਬਣੀ ਹੈ, ਹੋਂਦ ਵਿੱਚ ਆਈ ਹੈ, ਗਲਤੀ ਦਰ ਗਲਤੀ ਕੀਤੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ। ਤੁਸੀਂ ਸਾਫ਼ ਹੀ ਕਰ ਦਿੱਤਾ ਵੀ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿੰਦੇ ਆ ਤੇ ਫਿਰ ਉਹ ਵਨ ਮੈਨ ਸ਼ੋ ਵਾਲੀ ਗੱਲ ਆ ਜਾਂਦੀ ਹੈ। ਮਤਲਬ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਣੇ ਬਰਾਬਰ ਕਿਸੇ ਨੂੰ ਖੜਨ ਹੀ ਨਹੀਂ ਦਿੱਤਾ, ਆਪਣੇ ਤੋਂ ਸਿਆਣਾ ਬੰਦਾ ਕੋਈ ਰਹਿਣ ਹੀ ਨਹੀਂ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ। ਇਹ ਤਾਂ ਇਤਿਹਾਸ ਬਣ ਗਿਆ। ਸੋ ਗਲਤੀਆਂ ਤਾਂ ਸ਼ੁਰੂ ਤੋਂ ਕਰਦੇ ਰਹੇ ਨੇ, ਪਰ ਪੰਜਾਬ ਦੇ ਮਾਮਲੇ 'ਚ ਜਿਹੜੀ ਇੱਕ ਗਲਤੀ ਕਰ ਬੈਠੇ ਹੋ, ਉਹਨਾਂ ਦੇ ਜਿਹੜੇ ਕੋ ਇੰਚਾਰਜ ਪੰਜਾਬ ਦੇ ਲਾਏ ਹੋਏ ਆ ਰਾਘਵ ਚੱਡਾ, ਉਹਨਾਂ ਨੇ ਕੁਝ ਸਮਾਂ ਪਹਿਲਾਂ ਕਹਿ ਦਿੱਤਾ ਕਿ ਪਿਛਲੀ ਵਾਰ ਜਿਹੜੀ ਅਸੀਂ ਗਲਤੀ ਕੀਤੀ ਹੈ ਕਿ ਉਹ ਗਲਤੀ ਅਸੀਂ ਦੁਹਰਾਉਣੀ ਨਹੀਂ। ਉਹ ਗਲਤੀ ਸੀ ਕਿ ਅਸੀਂ ਟਪਲਾ ਖਾ ਗਏ, ਅਸੀਂ ਚੀਫ ਮਿਨਿਸਟਰ ਦਾ ਆਪਣਾ ਕੈਂਡੀਡੇਟ ਨਹੀਂ ਦੱਸਿਆ। ਐਤਕੀ ਅਸੀਂ ਦੱਸਾਂਗੇ ਕਿ ਸਾਡਾ ਚੀਫ ਮਿਨਿਸਟਰ ਦਾ ਕੈਂਡੀਡੇਟ ਕੌਣ ਹੈ ਤੇ ਜਿਹੜਾ ਉਹ ਹੋਏਗਾ ਉਹ ਪੰਜਾਬੀ ਹੀ ਹੋਏਗਾ। ਇਹ ਰਾਘਵ ਚੱਡੇ ਨੇ ਗੱਲ ਕਹੀ ਸੀ। ਤੇ ਪਰ ਅਰਵਿੰਦ ਕੇਜਰੀਵਾਲ ਇਸ ਤੋਂ ਅੱਗੇ ਵੱਧ ਗਏ। ਉਹਨਾਂ ਨੇ ਆ ਕੇ ਕਹਿ ਦਿੱਤਾ ਕਿ ਐਤਕਾ ਅਸੀਂ ਮੁੱਖ ਮੰਤਰੀ ਦਾ ਚਿਹਰਾ ਦੇਣਾ ਤੇ ਉਹ ਸਿੱਖ ਹੋਏਗਾ। ਜੋ ਪੰਜਾਬੀ ਤੱਕ ਗੱਲ ਰੱਖਦੇ ਤਾਂ ਵੀ ਠੀਕ ਸੀ, ਪਰ ਉਹਨਾਂ ਨੇ ਸਿੱਖ ਕਹਿ ਦਿੱਤਾ। ਉਹਨਾਂ ਤੋਂ ਬਾਅਦ ਸਿੱਖ ਹਿੰਦੂ ਦਲਿਤ ਦੀ ਜਿਹੜੀ ਰਾਜਨੀਤੀ ਹੈ ਕਿਵੇਂ ਪੰਜਾਬ ਤੇ ਹਾਵੀ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ, ਉਹ ਆਪਾਂ ਦੇਖਿਆ। ਉਹਦੀ ਵਿਆਖਿਆ ਕਰਨ ਦੀ ਹੁਣ ਜ਼ਰੂਰਤ ਨਹੀਂ ਹੈ। ਪਰ ਹੁਣ ਜਿਸ ਤਰੀਕੇ ਦੇ ਨਾਲ BM ਫਾਰ CM ਦਾ ਇੱਕ ਆਪਣੇ ਆਪ ਹੀ ਪੇਸ਼ਕਾਰੀ ਕਰ ਦਿੱਤੀ ਭਗਵੰਤ ਮਾਨ ਨੇ, ਤੇ ਉਸ ਤੋਂ ਬਾਅਦ ਸਥਿਤੀਆਂ ਬਦਲ ਗਈਆਂ ਤੇ ਉਹ ਵਿਪਾਸਨਾ ਤੋਂ ਬਾਅਦ ਬਾਹਰ ਜਦੋਂ ਆਏ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਲੌਬਿੰਗ ਹੋ ਗਈ ਹੈ। ਤੇ ਫਿਰ ਨੈਸ਼ਨਲ ਐਗਜ਼ੀਕਟਿਵ ਦੀ ਆਪਣੀ ਮੀਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਹ ਕੰਮ ਕਰੇ, ਕਿਸੇ ਅਹੁਦੇ ਦੀ ਝਾਕ ਨਾ ਰੱਖੇ, ਕਿਸੇ ਅਹੁਦੇ ਦੀ ਝਾਕ ਨਾ ਰੱਖੇ, ਕੰਮ ਕਰੇ। ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਜਾਂ ਆਗੂ ਜਿਹੜਾ ਆ ਉਹ ਕਿਸੇ ਅਹੁਦੇ ਦੀ ਜਾਂ ਕਿਸੇ ਉਮੀਦਵਾਰੀ ਦੀ ਜਾਂ ਕਿਸੇ ਟਿਕਟ ਦੀ ਝਾਕ ਨਾ ਰੱਖੇ। ਤੇ ਉਹਨਾਂ ਦਾ ਸਿੱਧਾ ਇਸ਼ਾਰਾ ਭਗਵੰਤ ਮਾਨ ਵੱਲ ਸੀ। ਭਗਵੰਤ ਮਾਨ ਉਸ ਮੀਟਿੰਗ 'ਚ ਹਾਜ਼ਰ ਨਹੀਂ ਸੀ। ਸਿੱਧਾ ਇਸ਼ਾਰਾ ਭਗਵੰਤ ਮਾਨ ਵੱਲ ਸੀ। ਤੇ ਉਸ ਤੋਂ ਬਾਅਦ 2 ਦਿਨ ਬਾਅਦ ਹੀ ਆਪਣੇ ਆਪ ਨੂੰ ਉਹਨਾਂ ਨੇ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਕੌਮੀ ਕਨਵੀਨਰ ਫੇਰ ਤੋਂ ਬਣਵਾ ਲਿਆ ਤੇ ਟਰਮਸ ਜਿਹੜੀਆਂ ਸੀਗੀਆਂ, ਕੰਡੀਸ਼ਨਸ ਜਿਹੜੀਆਂ ਸੀ ਉਹ ਵੀ ਬਦਲਤੀਆਂ। 2 ਸਾਲ ਦੀ ਥਾਂ ਤੇ ਉੱਤੇ 6 ਸਾਲ ਕਰ ਲਿਆ। ਤੇ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਵੀ ਜਿਹੜੀ ਚੀਜ਼ ਤੁਸੀਂ ਕਹਿੰਦੇ ਹੋ ਫਿਰ ਉਹ ਤੁਹਾਡੇ ਤੇ ਲਾਗੂ ਕੀ ਨਹੀਂ ਹੈ। ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਵਰਕਰ ਹੈ ਨਿਸ਼ਠਾ ਨਾਲ ਕੰਮ ਕਰਦਾ ਆ, ਉਹਨੂੰ ਪਾਰਟੀ ਬੜੇ ਨੀਚ ਨਾਲ ਦੇਖਦੀ ਹੈ ਤੇ ਪਾਰਟੀ ਘਰ ਜਾ ਕੇ ਉਹਦੀ ਉਹ ਜ਼ਿੰਮੇਵਾਰੀ ਦੇ ਦੇਗੀ।
ਪਾਰਟੀ ਜਿਹੜੀ ਆ, ਪਾਰਟੀ ਦਾ ਖੁਦ ਕੱਲੇ ਅਰਵਿੰਦ ਕੇਜਰੀਵਾਲ ਹੈ ਜਿਹੜੇ ਦੋਸ਼ ਲਾਉਂਦੇ ਰਹੇ ਆ ਵੀ ਕੁਝ ਟੱਬਰਾਂ ਨੇ ਜਿਹੜਾ ਪਾਰਟੀਆਂ ਤੇ ਕਬਜ਼ਾ ਕੀਤਾ ਹੋਇਆ। ਕਾਂਗਰਸ ਵਾਲਿਆਂ ਦੀ ਹਾਈਕਮਾਂਡ ਗਾਂਧੀ ਪਰਿਵਾਰ ਹੈ ਤੇ ਬਾਦਲਾਂ ਦੀ ਹਾਈਕਮਾਂਡ ਜਿਹੜੀ ਆ ਉਹ ਬਾਦਲ ਪਰਿਵਾਰ ਹੈ। ਤੇ ਜੇ ਹੁਣ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਹਾਈਕਮਾਂਡ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਆ। ਤੇ ਫਿਰ ਅਰਵਿੰਦ ਕੇਜਰੀਵਾਲ ਵੀ ਕਿਹੜੇ ਵੱਖਰੇ ਰਹਿ ਗਏ, ਉਹਨਾਂ ਦੀ ਹਾਈਕਮਾਂਡ ਕੱਲੇ ਅਰਵਿੰਦ ਕੇਜਰੀਵਾਲ ਹੈ, ਵਨ ਮੈਨ ਸ਼ੋਅ ਆ। ਸੋ ਜਿਹੜੀਆਂ ਉਹ ਗਲਤੀਆਂ ਕੀਤੀਆਂ ਸੀ ਉਹ ਹੁਣ ਕਿੱਦਾਂ ਉਹਨੂੰ ਰਿਵਰਸ ਕਿੱਦਾਂ ਮਾਰੀ ਜਾ ਸਕਦੀ ਆ, ਇਹ ਰਸਤਾ ਉਹ ਲੱਭ ਰਹੇ ਆ। ਕਿਉਂਕਿ ਚਰਚਾ ਚੱਲ ਰਹੀ ਹੈ ਵੀ ਭਗਵੰਤ ਮਾਨ ਜਿਹੜੇ ਆ ਇੱਕੋ ਸ਼ਰਤ ਦੇ ਉੱਤੇ ਆਮ ਆਦਮੀ ਪਾਰਟੀ 'ਚ ਹੁਣ ਰਹਿਣਗੇ। ਉਹ ਸ਼ਰਤ ਇਹੀ ਹੈ ਵੀ ਜਾਂ ਤਾਂ ਉਹਨਾਂ ਨੂੰ ਸੀਐਮ ਦਾ ਕੈਂਡੀਡੇਟ ਐਲਾਨਿਆ ਜਾਵੇ ਜਿਹੜਾ ਉਹਨਾਂ ਨੇ ਖੁਦ ਆਪਣੇ ਆਪ ਨੂੰ ਪੇਸ਼ ਵੀ ਕਰ ਦਿੱਤਾ, ਤੇ ਜਾਂ ਫਿਰ ਇੱਕੋ ਇੱਕ ਰਸਤਾ ਬਚਦਾ ਹੈ ਕਿ ਖੁਦ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਸੀਐਮ ਦੇ ਚਿਹਰੇ ਦੇ ਤੌਰ ਤੇ ਔਰ ਤਾਂ ਭਗਵੰਤ ਮਾਨ ਟਿਕਿਆ ਰਹਿ ਸਕਦੇ ਆ ਥੋੜੀ ਦੇਰ ਤੱਕ। ਨਹੀਂ ਤਾਂ ਜੇ ਕਿਸੇ ਹੋਰ ਚਿਹਰੇ ਨੂੰ ਲਿਆਉਂਦੇ ਆ, ਜਿੱਦਾਂ ਜ਼ਿਕਰ ਵੀ ਹੋਇਆ, ਬਹੁਤ ਸਾਰੇ ਲੋਕਾਂ ਦੇ ਨਾਂ ਵੀ ਆਉਂਦੇ ਰਹੇ, ਬਲਵੀਰ ਸਿੰਘ ਰਾਜੇਵਾਲ ਤੋਂ ਲੈ ਕੇ ਓਬਰਾਏ ਤੱਕ, ਤੇ ਹੋਰ ਵੀ ਬਹੁਤ ਸਾਰੇ ਨਾਂ ਆਉਂਦੇ ਰਹੇ। ਹਾਲੇ ਵੀ ਇਹ ਚਰਚਾ ਹੈ ਵੀ ਕਾਂਗਰਸ ਪਾਰਟੀ ਦਾ ਇੱਕ ਚਿਹਰਾ ਹਾਲੇ ਵੀ ਉਹਦੇ ਤੇ ਨਜ਼ਰ ਹੈ ਅਰਵਿੰਦ ਕੇਜਰੀਵਾਲ ਦੀ ਪੰਜਾਬ ਕਾਂਗਰਸ ਦੇ ਲੀਡਰ ਤੇ, ਉਹ ਨਵਜੋਤ ਸਿੱਧੂ ਨਹੀਂ ਆ, ਕੋਈ ਹੋਰ ਹੈ, ਉਹਦੇ ਤੇ ਨਜ਼ਰ ਹੈ, ਏਦਾਂ ਦੀ ਚਰਚਾ ਵੀ ਹੈ। ਤੇ ਜੇ ਏਦਾਂ ਹੁੰਦੀ ਹੈ ਤੇ ਭਗਵੰਤ ਮਾਨ ਨੇ ਇਸ ਪਾਰਟੀ 'ਚ ਨਹੀਂ ਰਹਿਣਗੇ, ਉਹ ਇੱਕ ਵੱਖਰੀ ਖੇਤਰੀ ਪਾਰਟੀ ਬਣਾਉਣਗੇ। ਤੇ ਉਹ ਖੇਤਰੀ ਪਾਰਟੀ ਦੀ ਸਪੇਸ ਵੀ ਇਸ ਵੇਲੇ ਹੈ। ਜੇ ਥੋੜਾ ਜਿਹਾ ਪੰਜਾਬ ਦਾ ਵਿਜ਼ਨ, ਪੰਜਾਬ ਦਾ ਏਜੰਡਾ ਸਾਫ਼ ਕਰ ਦੇਣ ਤੇ ਲੀਗਲ ਡਾਕੂਮੈਂਟ ਬਣਾਉਣ ਦੀ ਗੱਲ ਜਿਹੜੀ ਹੈਗੀ ਆ ਆਪਣੇ ਦੂਸਰੇ ਨੂੰ ਮੈਨੀਫੈਸਟੋ ਨੂੰ ਉਹ ਕਰ ਦੇਣ, ਤੇ ਫਿਰ ਜਿਹੜੇ ਖਿੰਡੇ ਪੁੰਡੇ ਕੁਝ ਗਰੁੱਪ ਨੇ ਉਹ ਸਾਰੇ ਜੁੜਨਗੇ ਨਾਲ, ਇੱਕ ਸਾਂਝਾ ਪਲੇਟਫਾਰਮ ਕੋਈ ਬਣ ਸਕਦਾ ਹੈ। ਇਹ ਤਾਂ ਆ ਜੇ ਮਤਲਬ ਅਰਵਿੰਦ ਕੇਜਰੀਵਾਲ ਜਿਹੜਾ ਉਹਨਾਂ ਨੇ ਕਿਹਾ ਉਹਦੇ ਮੁਤਾਬਕ ਸਿੱਖ ਚਿਹਰਾ ਲੈ ਕੇ ਆਉਣ ਦੇ ਨਾਂ ਦੇ ਉੱਤੇ ਕਿਸੇ ਹੋਰ ਨੂੰ ਥੋਪ ਦਿੰਦੇ ਆ ਪੰਜਾਬ ਤੇ ਉਹ ਪ੍ਰਵਾਨ ਨਹੀਂ ਹੋਏਗਾ ਭਗਵੰਤ ਮਾਨ ਇਹ ਤਾਂ ਮੰਨ ਸਕਦੇ ਆ ਵੀ ਚਲੋ ਅਰਵਿੰਦ ਕੇਜਰੀਵਾਲ ਜੇ ਆਪ ਸੀਐਮ ਆਉਂਦੇ ਆ ਤੇ ਕੋਈ ਗੱਲ ਨਹੀਂ, ਥੋੜਾ ਸਬਰ ਕਰ ਲੈਂਦੇ ਆ, ਪਰ ਉਹ ਵੀ ਬਹੁਤ ਦੁਖੀ ਮਨ ਨਾਲ ਉਹ ਪ੍ਰਵਾਨ ਕਰਨਗੇ। ਇੱਕ ਗੱਲ ਹੋਰ ਹੈ ਕਿ ਅਰਵਿੰਦ ਕੇਜਰੀਵਾਲ ਵੀ ਜੇ ਆ ਜਾਂਦੇ ਆ ਅੱਜ ਸੀਐਮ ਦਾ ਚਿਹਰੇ ਦੇ ਤੌਰ ਦੇ ਉੱਤੇ, ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਕੋਈ ਬਹੁਤ ਵੱਡੀ ਹੁਣ ਮੱਲ ਮਾਰ ਸਕਦੀ। ਉਹ ਪਿਛਲੀ ਵਾਰੀ ਤਾਂ ਪੋਸੀਬਿਲਿਟੀ ਸੀ, ਭਾਵੇਂ ਤੁਸੀਂ ਮੇਰੇ ਨਾਲ ਇਹਦੇ ਤੇ ਸਹਿਮਤ ਨਹੀਂ ਸੀ ਉਦੋਂ ਵੀ ਨਹੀਂ ਉਹ ਪੰਜਾਬ ਦੇ ਲੋਕ ਨਹੀਂ ਇਹ ਪ੍ਰਵਾਨ ਕਰਦੇ ਕਿ ਬਾਹਰੋਂ ਕੋਈ ਆਵੇ ਜੀ, ਏਦਾਂ ਦੀ ਕੋਈ ਗੱਲ ਨਹੀਂ। ਉਦੋਂ ਇੱਕ ਮੂਵ ਸੀ ਸਾਰਾ ਪੰਜਾਬ, ਅਰਵਿੰਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਇਹ ਸਲੋਗਨ ਜਿਹੜਾ ਆ ਉਹ ਹਰ ਭਾਈਚਾਰਾ ਪੰਜਾਬ ਦਾ ਜਿਹੜਾ ਆ ਉਹ ਉਸ ਵੇਲੇ ਬੋਲ ਰਿਹਾ ਸੀ, ਤੇ ਉਦੋਂ ਇੱਕ ਵੇਵ ਸੀ, ਉਸ ਵੇਵ ਦਾ ਲਾਭ ਉਦੋਂ ਲਿਆ ਜਾ ਸਕਦਾ ਸੀ। ਹੁਣ ਚਾਹੇ ਸੀਐਮ ਦਾ ਚਿਹਰਾ ਅਰਵਿੰਦ ਕੇਜਰੀਵਾਲ ਆ ਜਾਣ ਤੇ ਚਾਹੇ ਜਿਹਨੂੰ ਮਰਜ਼ੀ ਲੈ ਆਉਣ, ਆਮ ਆਦਮੀ ਪਾਰਟੀ ਉਸ ਪੋਜੀਸ਼ਨ 'ਚ ਨਹੀਂ ਹੈ ਜਿਸ ਪੋਜੀਸ਼ਨ 'ਚ 2017 ਦੇ ਵਿੱਚ ਸੀਗੀ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਕੁਝ ਫਰਕ ਪੈਣ ਵਾਲਾ ਨਹੀਂ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸ਼ਾਇਦ ਟੁੱਟਣ ਵੱਲ ਹੀ ਵੱਧ ਰਹੀ ਹੈ। ਦਸਾਂਝ ਸਾਹਿਬ, ਜਿੱਦਾਂ ਤੁਸੀਂ ਦੱਸਿਆ, ਵੈਸੇ ਤੇ ਪੁਲਾਂ ਹੇਠੋਂ ਪਾਣੀ ਬਹੁਤ ਲੰਘ ਗਿਆ, 5 ਸਾਲ 4.5 ਪੌਣੇ 5 ਸਾਲ ਹੋ ਗਏ ਆ, ਉਹ ਗੱਲ ਹੈ ਨਹੀਂ ਜਿਹੜੀ ਉਦੋਂ ਜਿਹੜਾ ਕਰੰਟ ਸੀਗਾ। ਕੁਝ ਲੋਕ ਅੱਜ ਵੀ ਮੰਨਦੇ ਕਿ ਅੰਡਰ ਕਰੰਟ ਹੈ, ਅਜੇ ਵੀ ਲੋਕ ਰਵਾਇਤੀ ਪਾਰਟੀਆਂ ਤੋਂ ਔਖੇ ਨੇ, ਅੰਡਰ ਕਰੰਟ ਹੈ। ਜਿਵੇਂ ਤੁਸੀਂ ਦੱਸਦੇ ਹੋ ਕਿ ਖੇਤਰੀ ਪਾਰਟੀ ਬਣਾ ਕੇ ਵੀ ਇਹਨੂੰ ਕਿਸੇ ਤਰ੍ਹਾਂ ਯੂਜ਼ ਕਰ ਸਕਦੇ ਨੇ ਕੁਝ ਲੋਕ, ਪਰ ਜਿੰਨੇ ਲੇਟ ਹੋ ਗਏ ਇਹਨਾਂ ਸਾਰੇ ਮੁੱਦਿਆਂ ਤੇ ਹੀ, ਯਾਨੀ ਕਿ ਕੈਂਡੀਡੇਟ ਆਪਣਾ ਸੀਐਮ ਦਾ ਚਿਹਰਾ ਜਿਹੜਾ ਉਹ ਬੜਾ ਇੰਪੋਰਟੈਂਟ ਗੱਲ ਹੈ। ਭਾਵੇਂ ਆਪਾਂ ਚਿਹਰਿਆਂ ਦੀ ਰਾਜਨੀਤੀ ਨੂੰ ਨਕਾਰਦੇ ਆਉਂਦੇ ਆ, ਪਰ ਚਿਹਰਾ ਹੋਣਾ ਸਾਹਮਣੇ ਬਹੁਤ ਇੱਕ ਇੰਪੋਰਟੈਂਟ ਫੈਕਟਰ ਹੈ ਭਾਰਤ ਵਿੱਚ, ਖਾਸ ਕਰਕੇ ਪੰਜਾਬ ਵਰਗੀ ਜਿਹੜੀ ਮਾਨਸਿਕਤਾ ਲੋਕਾਂ ਦੀ ਉਹਨਾਂ ਦੇ ਸਾਹਮਣੇ। ਤੇ ਜੇ ਉਹਨਾਂ ਖੁਦ ਵੀ ਆਪਣਾ ਚਿਹਰਾ ਪੇਸ਼ ਕਰਨਾ ਸੀ ਤੇ ਮੈਨੂੰ ਲੱਗਦਾ ਉਹ 'ਚ ਵੀ ਬਹੁਤ ਪਛੜ ਗਿਆ, ਤੇ ਜੇ ਹੋਰ 10-15 ਦਿਨ ਮਹੀਨਾ ਕੱਢ ਗਏ ਤੇ ਫਿਰ ਉਹਨਾਂ ਦੀ ਜਿਹੜੀ ਐਕਸੈਪਟੇਬਿਲਿਟੀ ਹੈ ਨਾ, ਅਗੇਨ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ, ਉਹ ਬਹੁਤ ਜ਼ਿਆਦਾ ਘਟ ਜਾਏਗੀ, ਉਹ ਨਹੀਂ ਰਹੇਗੀ ਜਿਸ ਤਰੀਕੇ ਦੇ ਉਹਨਾਂ ਉੱਤੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਗਏ। ਦੂਜੇ ਪਾਸੇ ਭਗਵੰਤ ਮਾਨ ਨੂੰ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਲਿਆ ਕੇ ਮੇਰੇ ਖਿਆਲ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਆ ਜਿੱਥੇ ਉਹਦੇ ਕੋਲ ਕੋਈ ਰਾਹ ਬਚਿਆ ਨਹੀਂ ਆ। ਮੈਨੂੰ ਨਹੀਂ ਲੱਗਦਾ ਕਿ ਉਹ ਇੰਨੀ ਜੁਰਤ ਕਰ ਜਾਏ ਕਿ ਕੋਈ ਖੇਤਰੀ ਪਾਰਟੀ ਬਣਾ ਦੇਵੇ ਤੇ ਖੇਤਰੀ ਪਾਰਟੀ ਉਹਦੇ ਨਾਲ ਸਾਰੇ ਹੀ ਭੱਜ ਕੇ ਜੁੜ ਜਾਣਗੇ, ਫਿਰ ਭਗਵੰਤ ਮਾਨ ਕਿਤੇ ਨਾ ਕਿਤੇ ਇਕੱਲਾ ਰਹਿ ਜਾਏਗਾ ਤੇ ਰਾਜਨੀਤੀ ਉਹਨੂੰ ਆਉਂਦੀ ਵੀ ਨਹੀਂ ਤੇ ਰਾਜਨੀਤੀ ਚੋਂ ਉਹਦੇ ਬਾਹਰ ਜਾਣ ਦਾ ਰਾਹ ਬਣ ਜਾਏਗਾ। ਮੈਨੂੰ ਤੇ ਇਦਾਂ ਦੇ ਹਾਲਾਤ ਨਜ਼ਰ ਆਉਂਦੇ ਆ। ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇੱਕ ਉਹ ਬੜਾ ਕਨਿੰਗ ਲੀਡਰ ਹੈ ਉਹ ਭਗਵੰਤ ਮਾਨ ਲਈ ਕੋਈ ਰਸਤਾ ਬਾਕੀ ਛੱਡਿਆ, ਉਹਨੂੰ ਇੱਕ ਚੁਰਾਹੇ ਤੇ ਲਾ ਕੇ ਖੜਾ ਕਰ ਦਿੱਤਾ, ਉਹਦੇ ਕੋਲ ਕੋਈ ਰਾਹ ਬਾਕੀ ਨਹੀਂ ਲੱਗਦਾ ਮੈਨੂੰ ਕਿ ਉਹ ਕਿੱਧਰ ਨੂੰ ਜਾਏਗਾ। ਉਹ ਸਵਾਏ ਰੋਸਾ ਕਰਨ ਤੇ ਹੋਰ ਕੁਝ ਕਰ ਨਹੀਂ ਸਕਦਾ। ਤੇ ਦੂਜੀ ਗੱਲ ਮੇਰੇ ਦਿਮਾਗ 'ਚ ਇੱਕ ਬਾਰ-ਬਾਰ ਆ ਰਹੀ ਆ, ਜੇ ਅਸੀਂ ਡਿਸਕਸ ਕਰ ਰਹੇ ਸੀ ਦਿਨੇ,
ਕਿ ਇਹ ਜਿਹੜੇ ਲੋਕ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਨੇ ਜਿਹੜੀਆਂ ਟੇਬਲ ਤੇ ਬਹਿ ਕੇ ਇੱਕ ਹੱਲ ਕਰ ਸਕਦੇ, ਵਿਦਨ ਪਾਰਟੀ ਹੱਲ ਕਰ ਸਕਦੇ ਆ। ਭਾਈ ਤੂੰ ਚੁੱਪ ਕਰ ਜਾ, ਤੂੰ ਨਹੀਂ ਹੋ ਸਕਦਾ, ਇਹਦੇ ਪਿੱਛੇ ਆ ਰੀਜ਼ਨ ਆ, ਜਾਂ ਅਸੀਂ ਤੈਨੂੰ ਬਣਾਵਾਂਗੇ ਇਸ ਸ਼ਰਤ ਤੇ ਬਣਾਵਾਂਗੇ। ਜੇ ਆਪਣੇ ਹੀ ਨਿੱਕੇ ਨਿੱਕੇ ਮਸਲੇ ਹੱਲ ਨਹੀਂ ਕਰਦੇ ਤੇ ਜਿਹੜੇ ਬੜੇ ਬੜੇ ਵੱਡੇ ਦਿਓ ਕੱਦ ਮਸਲੇ ਖੜੇ ਪੰਜਾਬ ਦੇ ਅੱਗੇ, ਜੇ ਲੋਕ ਪਾਵਰ 'ਚ ਵੀ ਆ ਗਏ ਤੇ ਫਿਰ ਇਹ ਹੱਲ ਕਿੱਦਾਂ ਕਰਨਗੇ? ਇਹਨਾਂ ਕੋਲ ਕੋਈ ਉਮੀਦ ਕਰ ਸਕਦੇ ਆਪਾਂ? ਜਿਹੜਾ ਇਹ ਨਹੀਂ ਹੱਲ ਕਰ ਸਕਦੇ ਵੀ ਕੋਈ ਰੁੱਸ ਕੇ ਬਹਿ ਜਾਂਦਾ, ਕੋਈ ਇੱਧਰ ਨੂੰ ਮੂੰਹ ਕਰ ਲੈਂਦਾ, ਤੇ ਇਹਨਾਂ ਲੋਕਾਂ ਕੋਲ ਕਾਹਦੀ ਉਮੀਦ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ, ਪੋਲੀਟੀਕਲ ਕਲਚਰ ਜਿਹੜਾ ਉਹਨਾਂ ਨੇ ਡਿਵੈਲਪ ਕਰ ਲਿਆ ਕਿ ਉਹ ਉਸੇ ਕਿਸਮ ਦਾ ਹੈ ਜਿਸ ਕਿਸਮ ਦਾ ਬਾਕੀ ਪਾਰਟੀਆਂ ਦਾ। ਇਸ ਕਰਕੇ ਇਹਨਾਂ ਤੋਂ ਹੁਣ ਕੋਈ ਟੇਬਲ ਟਾਕ ਕਰਕੇ ਆਪਣੇ ਮਸਲੇ ਹੱਲ ਕਰ ਲੈਣ ਦੀ ਕੋਈ ਬਹੁਤੀ ਉਮੀਦ ਨਹੀਂ ਹੈ। ਇਹ ਏਦਾਂ ਦੇ ਹਾਲਾਤ ਬਣਾ ਕੇ ਰੱਖਦੇ ਆ। ਭਗਵੰਤ ਮਾਨ ਨੂੰ ਸਦਾ ਹੀ ਨਜ਼ਰਅੰਦਾਜ਼ ਕੀਤਾ ਗਿਆ। ਇਹ ਨਹੀਂ ਮੈਂ ਕਹਿੰਦਾ ਵੀ ਭਗਵੰਤ ਮਾਨ ਨੇ ਕੋਈ ਬਹੁਤ ਮੈਚੁਰ ਪੋਲਿਟਿਕਸ ਕੀਤੀ ਆ ਪਿਛਲੇ ਸਮੇਂ ਦੇ ਵਿੱਚ, ਪਰ ਉਹਦੇ ਬਾਵਜੂਦ ਇਹ ਗੱਲ ਮੰਨਣ ਵਾਲੀ ਹੈ ਕਿ ਪੰਜਾਬ 'ਚ ਜੇ ਆਮ ਆਦਮੀ ਪਾਰਟੀ ਦਾ ਥੋੜਾ ਬਹੁਤ ਜੋ ਕੁਝ ਵੀ ਬਚਿਆ ਇਸ ਵੇਲੇ ਉਹ ਭਗਵੰਤ ਮਾਨ ਕਰਕੇ ਆ। ਭਾਵੇਂ ਜੋ ਕੁਝ ਵੀ ਨੁਕਸਾਨ ਹੋਇਆ ਉਹ ਵੀ ਭਗਵੰਤ ਮਾਨ ਕਰਕੇ ਹੋਇਆ ਸੀ, ਕਿਉਂਕਿ ਉਹਨਾਂ ਨੇ ਵੀ ਕਿਸੇ ਨੂੰ ਜਿੱਦਾਂ ਨੈਸ਼ਨਲ ਲੈਵਲ ਤੇ ਅਰਵਿੰਦ ਕੇਜਰੀਵਾਲ ਨੇ ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤਾ, ਤੇ ਇਹਦੇ ਪੰਜਾਬ 'ਚ ਭਗਵੰਤ ਮਾਨ ਨੇ ਵੀ ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤਾ। ਜਿਹੜੇ ਵੀ ਆਏ ਉਹਨਾਂ ਨੂੰ ਤੋੜਿਆ ਗਿਆ, ਠੀਕ ਹੈ ਜੀ। ਪਰ ਉਹਦੇ ਬਾਵਜੂਦ ਇਸ ਵੇਲੇ ਜੇ ਪੰਜਾਬ ਦੇ ਆਮ ਆਦਮੀ ਪਾਰਟੀ ਨੂੰ ਦੇਖਣਾ ਹੋਵੇ ਤਾਂ ਜੋ ਕੁਝ ਵੀ ਹੈ ਉਹ ਭਗਵੰਤ ਮਾਨ ਕਰਕੇ ਹੀ ਹੈ। ਭਗਵੰਤ ਮਾਨ ਤੋਂ ਬਿਨਾਂ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਉਸ ਵਿੱਚ ਨਹੀਂ ਕੰਮ ਕਰ ਸਕਦੀ, ਤੇ ਇਸੇ ਕਰਕੇ BM ਫਾਰ CM ਤੱਕ ਪਹੁੰਚਦਿਆਂ 10 ਦਿਨਾਂ ਦੇ ਵਿੱਚ ਜਿਹੜੀ ਲੌਬਿੰਗ ਕੀਤੀ ਹੈ ਭਗਵੰਤ ਮਾਨ ਨੇ, ਉਹਦੇ 'ਚ ਆਪਣੇ ਘਰ ਤੱਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਲੰਟੀਅਰਸ ਨੂੰ ਪਹੁੰਚਾਉਣਾ ਆਪ ਹੀ ਇਸ ਢੰਗ ਦੇ ਨਾਲ, ਤੇ ਉਹ ਇਹ ਦੱਸਦਾ ਹੈ ਕਿ ਉਹ ਥੱਲੇ ਤੱਕ ਜਿਹੜਾ ਹੈ ਅਪਰੋਚ ਕਰ ਚੁੱਕੇ ਹੈ ਵੀ ਜੇ ਮੈਨੂੰ ਕੋਈ ਸਖਤ ਸਟੈਂਡ ਵੀ ਲੈਣਾ ਪੈਂਦਾ ਤੇ ਮੇਰੇ ਨਾਲ ਲੋਕ ਹੋਣ, ਕਿਉਂਕਿ ਇੱਕ ਬਕਾਇਦਾ ਕੰਪੇਨ ਚੱਲੀ ਆ। ਉਹ ਏਦਾਂ ਦੀ ਕੰਪੇਨ ਤਾਂ ਦੇਖੋ MLAs ਲੈਵਲ ਦੇ ਉੱਤੇ ਤਾਂ ਚਲਾਈ ਨਵਜੋਤ ਸਿੰਘ ਸਿੱਧੂ ਨੇ, ਥੱਲੇ ਮਾਸ ਲੈਵਲ ਤੇ ਨਹੀਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਖ ਦੇ ਵਿੱਚ ਏਦਾਂ ਦੀ ਕੋਈ ਕੰਪੇਨ ਚਲਾਈ ਵੀ ਮੈਂ ਪ੍ਰਧਾਨ ਬਣਨਾ ਹੈ ਜਾਂ ਮੈਂ CM ਬਣਨਾ ਹੈ। ਹਾਂ ਉਹ MLAs ਵਗੈਰਾ ਸ਼ੋ ਹੁੰਦੇ ਰਹੇ ਵੀ ਹਾਂ ਵੀ ਇੰਨੇ ਉਹਦੀ ਬੱਸ 'ਚ MLA ਚੜ ਗਏ। ਭਗਵੰਤ ਮਾਨ ਨੇ ਤਾਂ MLAs ਤਾਂ ਚਲੋ ਜਿਹੜੇ ਹੈਗੇ ਥੋੜੇ ਰਹੇ ਆ, ਉਹਦੇ 'ਚ ਪਰ ਇੱਕ MLA ਕੁਲਤਾਰ ਸੰਧਵਾ ਨੇ ਵੀ ਕਹਿਤਾ, ਇੱਕ ਦੋ ਹੋਰਾਂ ਨੇ ਵੀ ਕਹਿਤਾ ਵੀ ਭਗਵੰਤ ਮਾਨ ਤੋਂ ਬੈਟਰ ਕਿਹੜਾ ਕੈਂਡੀਡੇਟ ਹੈ ਸਾਡਾ ਜੀ, ਠੀਕ ਹੈ ਜੀ। ਪਰ ਥੱਲੇ ਜਿਹੜਾ ਜਨਤਕ ਪੱਧਰ ਦੇ ਉੱਤੇ ਜਿਹੜਾ ਮਾਸ ਲੈਵਲ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ, ਉਹਨਾਂ ਤੋਂ ਲਗਾਤਾਰ ਇਸ ਤਰ੍ਹਾਂ ਦੀ ਮੂਵ ਉਹਨਾਂ ਨੇ ਚਲਵਾਈ ਹੈ। ਭਾਵੇਂ ਉਹ 100 ਵਾਰੀ ਮੁੱਕਰਨ ਕਿ ਮੈਂ ਨਹੀਂ ਕਿਸੇ ਨੂੰ ਕਿਹਾ, ਪਰ ਇਹ ਪੱਕਾ ਪਤਾ ਹੈ ਸਾਰਿਆਂ ਨੂੰ ਵੀ ਬਕਾਇਦਾ ਮੂਵ ਬਣਾਈ ਗਈ। ਸੋ ਇਸ ਕਰਕੇ ਕੋਈ ਸਖਤ ਸਟੈਂਡ ਲੈਣ ਦੀ ਪੋਜੀਸ਼ਨ 'ਚ ਵੀ ਆ ਸਕਦੇ ਨੇ ਭਗਵੰਤ ਮਾਨ। ਇਹ ਠੀਕ ਹੈ ਕਿ ਪਹਿਲਾਂ ਕਿਸੇ ਵੇਲੇ ਇਹ ਗੱਲ ਵੀ ਚੱਲਦੀ ਰਹੀ ਹੈ ਕਿ ਜ਼ਿਆਦਾ ਟਫ ਸਿਚੁਏਸ਼ਨ ਬਣੇਗੀ ਭਗਵੰਤ ਮਾਨ ਲਈ ਤਾਂ ਸ਼ਾਇਦ ਉਹਦੇ ਕੋਲ ਇੱਕ ਸੌਖਾ ਤਰੀਕਾ ਇਹੀ ਹੈ ਕਿ ਉਹ ਕਾਂਗਰਸ ਪਾਰਟੀ ਵੱਲ ਚਲੇ ਜਾਣ। ਪਰ ਹੁਣ ਉਹਦੇ ਤੋਂ ਵੀ ਕਿਤੇ ਨਾ ਕਿਤੇ ਚਰਚਾ ਹੈ ਵੀ ਨਹੀਂ, ਕਾਂਗਰਸ ਪਾਰਟੀ 'ਚ ਖੁਦ ਇਸ ਵੇਲੇ ਬਹੁਤਾ ਸੁਖਾਵਾਂ ਮਾਹੌਲ ਨਹੀਂ ਹੈ, ਉੱਥੇ ਉਹਨਾਂ ਦੀ ਦਾਲ ਬਹੁਤੀ ਗਲਣੀ ਨਹੀਂ ਹੈ। ਇੰਡੀਪੈਂਡੈਂਟ ਰਹਿੰਦਿਆਂ ਆਪ ਆਪਣੀ ਮਰਜ਼ੀ ਦੇ ਮਾਲਕ ਹੋ ਕੇ ਸ਼ਾਇਦ ਜ਼ਿਆਦਾ ਖੱਟਿਆ ਜਾ ਸਕਦਾ ਹੈ। ਇਹ ਗੱਲ ਸ਼ਾਇਦ ਉਹਨੇ ਲੋਕਨ ਸਾਹਿਬ ਪਾਰਟੀ ਤੋਂ ਵੀ ਸਿੱਖੀ ਹੋਵੇ। ਲੋਕਨ ਸਾਹਿਬ ਪਾਰਟੀ ਵਾਲੇ ਭਾਵੇਂ ਦੋ ਹੀ ਭਰਾ ਹੀ ਹੈ, ਪਰ ਉਹ ਪਿਛਲੇ 10-15 ਸਾਲ ਤੋਂ ਐਕਟਿਵ ਨੇ ਪੋਲਿਟਿਕਸ ਦੇ ਵਿੱਚ, ਪੰਜਾਬ ਦੀ ਪੋਲਿਟਿਕਸ ਦੇ ਵਿੱਚ, ਤਾਂ ਘੱਟੋ ਘੱਟ ਆਪਣੀ MLAਸ਼ਿਪ ਤਾਂ ਪਹੁੰਚਾਈ ਜਾਂਦੇ ਹੋ। ਤੇ ਸ਼ਾਇਦ ਜਿਹੜਾ ਭਗਵੰਤ ਮਾਨ ਹੈ, ਭਗਵੰਤ ਮਾਨ ਤੇ ਉਹਦੇ ਸਾਥੀ ਜਿਹੜੇ ਏਦਾਂ ਸੋਚ ਸਕਦੇ ਆ ਵੀ ਭਾਵੇਂ ਜ਼ਿਆਦਾ ਨਹੀਂ ਪਰ ਇੰਨਾ ਕੁ 5-7 MLA ਜੋਗਾ ਤਾਂ ਜੁਗਾੜ ਉਹ ਕਰ ਸਕਦੇ। ਮਾਲਵਾ ਜਿਸ ਢੰਗ ਦੇ ਨਾਲ ਭਗਵੰਤ ਮਾਨ ਦੀ ਗੱਲ ਸੁਣਦਾ ਹੈ ਵੀ ਏਦਾਂ ਹੀ ਬਾਕੀ ਲੋਕਾਂ ਨੂੰ ਨਾਲ ਲੈ ਕੇ ਜੋ ਵੱਖਰੀ ਧਿਰ ਉਸਾਰਦੇ ਆ ਤਾਂ ਆਮ ਆਦਮੀ ਪਾਰਟੀ ਨਾਲੋਂ ਜ਼ਿਆਦਾ ਸੀਟਾਂ ਜਿੱਤ ਸਕਦੇ ਆ। ਇਹ ਮੇਰਾ ਮੰਨਣਾ ਹੈ ਵੀ ਜੇ ਅੱਜ ਹੀ ਏਦਾਂ ਦਾ ਵਰਤਾਰਾ ਹੋ ਜਾਂਦਾ ਹੈ ਵੀ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੋਈ ਵੱਖਰੀ ਧਿਰ ਉਸਾਰਦੇ ਆ ਤੇ ਪੰਜਾਬ ਦਾ ਏਜੰਡਾ ਸਾਫ਼ ਕਰਦੇ ਆ, ਕਿਉਂਕਿ ਅਰਵਿੰਦ ਕੇਜਰੀਵਾਲ ਦੇ ਹੁੰਦਿਆਂ ਪੰਜਾਬ ਦਾ ਏਜੰਡਾ ਸਾਫ਼ ਨਹੀਂ ਹੋ ਸਕਦਾ। ਭਗਵੰਤ ਮਾਨ ਜੇ ਕਰਦੇ ਆ, ਉਹ ਲੜੇ ਵੀ ਆ ਪਾਰਲੀਮੈਂਟ ਦੇ ਵਿੱਚ, ਸਭ ਤੋਂ ਜ਼ਿਆਦਾ ਆਵਾਜ਼ ਜੇ ਕਿਸੇ ਨੇ ਉਠਾਈ ਹੈ ਕਿਸਾਨ ਦੇ ਮੁੱਦੇ ਦੇ ਉੱਤੇ ਵੀ ਜਾਂ ਬਾਕੀ ਮੁੱਦਿਆਂ ਤੇ ਵੀ ਆਮ ਆਦਮੀ ਪਾਰਟੀ ਵੱਲੋਂ ਤਾਂ ਭਗਵੰਤ ਮਾਨ ਹੀ ਹੈ, ਜਾਂ ਬਾਕੀ ਜਿਹੜੇ ਪੰਜਾਬ ਦੇ MP ਆ ਉਹਨਾਂ ਨੂੰ ਵੀ ਤੁਸੀਂ ਜੇ ਬਰਾਬਰ ਰੱਖ ਕੇ ਦੇਖੋ ਤਾਂ ਭਗਵੰਤ ਮਾਨ ਵਾਂਗ ਕਿਸੇ ਨੇ ਉੱਥੇ ਕੋਈ ਗੱਲ ਨਹੀਂ ਉਠਾਈ। ਸੋ ਇੱਕ ਇਮੇਜ ਉਹਨੇ ਆਪਣੀ ਥੋੜੀ ਠੀਕ ਵੀ ਕੀਤੀ ਹੈ, ਅੱਗੇ ਨਾਲੋਂ ਮੈਚੁਰ ਵੀ ਹੋਏ ਨੇ, ਤੇ ਜੋ ਵੱਖਰੀ ਧਿਰ ਉਸਾਰ ਕੇ ਲੜਨਗੇ ਮੈਂ ਗਰੰਟੀ ਨਾਲ ਕਹਿੰਦਾ ਫਿਰ ਉਹ ਸ਼ਾਇਦ 5-7 ਸੀਟਾਂ ਜਿੱਤ ਜਾਣ। ਜੇ ਆਮ ਆਦਮੀ ਪਾਰਟੀ ਜਿਹਨੂੰ ਮਰਜ਼ੀ ਚਿਹਰਾ ਲੈ ਆਵੇ ਤੇ ਮੈਨੂੰ ਨਹੀਂ ਲੱਗਦਾ 5 ਸੀਟਾਂ ਤੋਂ ਕ੍ਰਾਸ ਹੁੰਦੀ ਹੈ।
ਸੋ ਬਾਕੀ ਸਮਾਂ ਬੜਾ ਬਲਵਾਨ ਹੁੰਦਾ ਹੈ ਤੇ ਕਿਹੜੇ ਬੰਦੇ ਨੇ ਕੀ ਕਰਨਾ ਇਹ ਕੁਝ ਨਹੀਂ ਕਿਹਾ ਜਾ ਸਕਦਾ। ਸਵੇਰੇ ਕੁਝ ਹੋਰ ਸੋਚਦਾ ਬੰਦਾ, ਦੁਪਹਿਰੇ ਹੋਰ ਤੇ ਸ਼ਾਮ ਨੂੰ ਹੋਰ। ਜਿਸ ਕਿਸਮ ਦੀ ਸਾਡੀ ਸਿਆਸਤ ਹੈ, ਕਦੋਂ ਕਿਹੜੇ ਨੇ ਕਿੱਥੇ ਚੱਲ ਜਾਣਾ ਕੁਝ ਕਿਹਾ ਨਹੀਂ ਜਾ ਸਕਦਾ। ਕਿਸੇ ਨੇ ਸੋਚਿਆ ਸੀ ਵੀ ਸੁਖਪਾਲ ਖਹਿਰਾ ਮੁੜ ਕੇ ਉਸੇ ਕੈਪਟਨ ਅਮਰਿੰਦਰ ਦੀ ਛਤਰੀ ਥੱਲੇ ਬੈਠੇਗਾ, ਜਿਨ੍ਹਾਂ ਨੂੰ ਪਤਾ ਨਹੀਂ ਕਿੱਦਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ। ਤੇ ਇਸ ਕਰਕੇ ਜਿਸ ਤਰ੍ਹਾਂ ਦੀ ਸਾਡੀ ਇਹ ਸਿਆਸਤ ਹੈ, ਬੜਾ ਪਾਪੂਲਰ ਜਿਹਾ ਇੱਕ ਜੁਮਲਾ ਆ ਕਿ ਇੱਥੇ ਕੋਈ ਪੱਕਾ ਦੁਸ਼ਮਣ ਨਹੀਂ, ਕੋਈ ਪੱਕਾ ਮਿੱਤਰ ਨਹੀਂ, ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਜੀ। ਜਿਹੜੀ ਭਗਵੰਤ ਮਾਨ ਹੋਰਾਂ ਦੀ ਸੀਐਮ ਕੈਂਡੀਡੇਟਸ਼ਿਪ ਵਾਸਤੇ ਆਪਣੇ ਆਪ ਨੂੰ ਆਪੇ ਡਿਕਲੇਅਰ ਕਰਨਾ ਤੇ ਇੱਕ ਜਿਹੜੇ ਆਪਣੇ ਵਰਕਰ ਨੇ ਜਾਂ ਆਪਣੇ ਸਪੋਰਟਰ ਨੇ ਉਹਨਾਂ ਕੋਲੋਂ ਲੌਬੀ ਜਿੱਦਾਂ ਹੋਈ ਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਲੌਬੀ ਸ਼ਬਦ ਇੱਥੇ ਬੜਾ ਵਰਤਿਆ ਜਾਂਦਾ ਇਹਨਾਂ ਮੁਲਕਾਂ 'ਚ, ਇੰਡੀਆ 'ਚ ਤੇ ਲੌਬੀ ਦੇ ਸ਼ਾਇਦ ਮੀਨਿੰਗ ਗਲਤ ਲੈ ਜਾਂਦੇ ਆ ਕਿ ਲੌਬੀ ਕਰਨਾ ਚੰਗਾ ਨਹੀਂ ਹੁੰਦਾ। ਪਰ ਜਿਹੜੇ ਦੂਜੇ ਲੀਡਰ ਨੇ ਜਿਵੇਂ ਬਲਜਿੰਦਰ ਕੌਰ ਆ, ਹਰਪਾਲ ਸਿੰਘ ਚੀਮਾ, ਰੂਬੀ, ਜਿਹੜੇ ਹੋਰ ਇਹਨਾਂ ਦੀ ਜਿਹੜੀ ਨੈਸ਼ਨਲ ਕੌਂਸਲ ਦੇ ਮੈਂਬਰ ਵੀ ਨੇ ਨਾਲ ਦੀ ਨਾਲ, ਉਹਨਾਂ ਦਾ ਰੁਖ ਕੀ ਆ? ਇੱਕ ਉਹ ਹਿੰਦੂ ਜੈਂਟਲਮੈਨ ਨੇ ਲੀਡਰ ਜਿਹੜੇ ਮਾਨਸਾ ਜਾਂ ਸੁਨਾਮ ਤੋਂ, ਇਹ ਜਿਹੜੇ ਮਤਲਬ ਜਿਹੜੇ ਜਿਨ੍ਹਾਂ ਦੇ ਨਾਂ ਸੁਣਦੇ ਆਏ ਆ 20-22 ਚ 5-4 ਜਿਹੜੇ ਉੱਪਰ ਵਾਲੇ ਲੀਡਰ ਨੇ, ਖੈਰੇ ਦੀ ਤੇ ਬਾਹਰ ਚਲ ਗਏ ਹੁਣ, ਕਵਰ ਸੰਧੂਰਾਂ ਨੂੰ ਕੋਈ ਨਹੀਂ ਪੁੱਛਦਾ। ਤੇ ਇਹ ਜਿਹੜੇ ਵਿਅਕਤੀ ਨੇ, ਇਹਨਾਂ ਦਾ ਭਗਵੰਤ ਮਾਨ ਬਾਰੇ ਨਜ਼ਰੀਆ ਕੀ ਆ? ਕੀ ਅੰਦਰ ਖਾਤੇ ਸਭ ਜੜਾ ਵੱਢਣ ਵਾਲੇ ਆ ਜਾਂ ਕੋਈ ਸਮਾਂ ਆਊਗਾ ਨਾਲ ਵੀ ਕੋਈ ਤੁਰੇਗਾ ਦੇ? ਦੇਖੋ ਪੋਸੀਬਿਲਿਟੀ ਜਿਨ੍ਹਾਂ ਨੇ ਤੁਰਨਾ ਹੁੰਦਾ ਉਹਨਾਂ ਦੀ ਜਿਹੜਾ ਕਿਤੇ ਨਾ ਕਿਤੇ ਬੋਡੀ ਲੈਂਗੁਏਜ ਜਾਂ ਉਹਨਾਂ ਦਾ ਕੰਮ ਕਰਨ ਦੇ ਤਰੀਕੇ ਨੂੰ ਪਤਾ ਲੱਗ ਜਾਂਦਾ। ਕੁਲਤਾਰ ਸਤਮਾ ਨੇ ਓਪਨ ਕਿਹਾ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਅਮਰ ਅਰੋੜਾ ਤੋਂ ਲੈ ਕੇ ਹਰਪਾਲ ਚੀਮਾ ਤੱਕ। ਹਰਪਾਲ ਚੀਮੇ ਦੇ ਘਰ ਵੀ ਜਿਹੜੇ ਆ ਕੁਝ ਵਲੰਟੀਅਰਸ ਗਏ ਇੱਕ ਦਿਨ, ਇਹ ਕਹਿ ਕੇ ਕਿ ਭਗਵੰਤ ਮਾਨ ਨੂੰ ਹੁਣ ਕਿਉਂ ਨਹੀਂ ਮੁੱਦੇ ਦਾ ਚਿਹਰਾ ਲਾਉਂਦੇ ਜਾ ਰਹੇ, ਜਦਕਿ ਖੁਦ ਹਰਪਾਲ ਚੀਮਾ ਦੀ ਆਪਣੀ ਜਿਹੜੀ ਹਸਤੀ ਹੈ ਉਹ ਭਗਵੰਤ ਮਾਨ ਕਰਕੇ ਹੈ। ਪਰ ਸਾਨੂੰ ਜਿੱਦਾਂ ਤੁਹਾਨੂੰ ਪਤਾ ਕਿ ਹਰ ਪਾਰਟੀ ਦੇ ਵਿੱਚ ਕੁਝ ਲੋਕ ਹੁੰਦੇ ਆ ਜਿਹੜੇ ਜਿੱਦਾਂ ਦੀਆਂ ਸਾਡੀਆਂ ਪਾਰਟੀਆਂ, ਨੈਸ਼ਨਲ ਲੀਡਰਸ਼ਿਪ ਜਿਹੜੀ ਹੈ ਜਾਂ ਉਹਨਾਂ ਦੇ ਜਿਹੜੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਉਹਨਾਂ ਨੂੰ ਬਣਾ ਕੇ ਰੱਖਣ ਵਾਲੇ ਕੁਝ ਲੋਕ ਹੁੰਦੇ ਆ ਵੀ ਹਾਂ ਵੀ ਠੀਕ ਹੈ। ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਹਾਂ ਵੀ ਜੇ ਇਹ ਇੱਥੇ ਨਹੀਂ ਰਹੂਗਾ ਤੇ ਫਿਰ ਅਸੀਂ ਲੀਡਰ ਹੈ। ਹਰਪਾਲ ਚੀਮੇ ਨੂੰ ਲੱਗ ਸਕਦਾ, ਅਮਰ ਅਰੋੜੇ ਨੂੰ ਲੱਗ ਸਕਦਾ। ਸੋ ਇਸ ਕਰਕੇ ਕੋਈ ਗਰੰਟੀ ਨਹੀਂ ਹੈ ਕੌਣ ਕਿਹਦੇ ਨਾਲ ਖੜਦਾ। ਪਰ ਇਹ ਜਿਹੜੇ ਲੋਕਾਂ ਦਾ ਤੁਸੀਂ ਜ਼ਿਕਰ ਕੀਤਾ, ਭਗਵੰਤ ਮਾਨ ਦੇ ਮੁਕਾਬਲੇ ਇਹਨਾਂ ਦਾ ਕੋਈ ਮਾਸ ਬੇਸ ਨਹੀਂ ਹੈ, ਇਸ ਕਰਕੇ ਉਹਨਾਂ ਕੋਈ ਫਰਕ ਨਹੀਂ ਪੈਂਦਾ। ਕੋਈ ਐਮਐਲਏ ਨਾਲ ਤੁਰੇ ਦਾ ਤੁਰੇ, ਜਿਹੜੀ ਥੱਲੇ ਵਲੰਟੀਅਰਸ ਜੇ ਤੁਰ ਪਏ ਭਗਵੰਤ ਮਾਨ ਨਾਲ, ਤਾਂ ਉਹ ਸ਼ਾਇਦ ਇੱਕ ਵੱਡੀ ਪ੍ਰਾਪਤੀ ਉਹਨੂੰ ਹੋ ਸਕਦੀ ਹੈ, ਜਿਹੜੀ ਸੰਭਾਵਨਾ ਹੈ। ਕਿਉਂਕਿ ਭਗਵੰਤ ਮਾਨ ਆਪਣੇ ਆਪ ਨੂੰ ਸ਼ਹੀਦ ਦੇ ਤੌਰ ਤੇ ਪੇਸ਼ ਕਰਦਾ ਹੈ। ਉਹਨੇ ਜਿਹੜੀ ਆਖਰੀ ਗੱਲ ਕਹੀ, ਜਿਹੜੀ ਬਾਅਦ ਚ ਦੁਹਰਾਈ ਭਾਵੇਂ ਨਹੀਂ, ਇੱਕ ਅਖਬਾਰ ਦੇ ਵਿੱਚ ਜੋ ਇੰਚੂ ਛਪੀ ਹੈ ਤੇ ਉਹਦੇ ਚ 2-3 ਗੱਲਾਂ ਜਿਹੜੀਆਂ ਭਗਵੰਤ ਮਾਨ ਨੇ ਕਹੀਆਂ ਉਹ ਬੜੀਆਂ ਇੰਪੋਰਟੈਂਟ ਹੈ। ਉਹਦੇ ਚ ਉਹਦਾ ਦਰਦ ਵੀ ਝਲਕਦਾ। ਵੱਖਰੀ ਗੱਲ ਹੈ ਕਿ ਉਹਨੇ ਵੀ ਬਹੁਤ ਸਾਰਿਆਂ ਨੇ ਏਦਾਂ ਕੁਝ ਕੀਤਾ ਜਿਹਦੇ ਕਰਕੇ ਅਗਲੇ ਵੀ ਪੀੜਤ ਹੋਏ ਆ। ਪਰ ਉਹਨਾਂ ਨੇ ਇਹ ਗੱਲ ਕਹੀ ਵੀ ਜਦੋਂ ਸਾਰੇ ਦੇਸ਼ ਦੇ ਵਿੱਚ 400 ਦੇ ਕਰੀਬ ਲੋਕ ਸਭਾ ਦੇ ਉਮੀਦਵਾਰ ਖੜੇ ਕੀਤੇ ਆਮ ਆਦਮੀ ਪਾਰਟੀ ਨੇ, ਉਹਦੇ ਚ ਪੰਜਾਬ ਚੋਂ 4 ਜਿੱਤੇ ਤੇ ਮੈਂ ਭਗਵੰਤ ਮਾਨ ਜਿੰਨੀਆਂ ਵੋਟਾਂ ਦੀ ਲੀਡ ਨਾਲ ਮੈਂ ਜਿੱਤਿਆ, ਇੱਕ ਰਿਕਾਰਡ ਸੀ। ਪਰ ਪਾਰਲੀਮੈਂਟ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਬਣਾ ਦਿੱਤਾ ਗਿਆ ਡਾਕਟਰ ਧਰਮਵੀਰ ਗਾਂਧੀ ਨੂੰ, ਮੈਂ ਕਿੱਥੇ ਸੀ? ਫਿਰ ਉਹਨੇ ਕਿਹਾ ਵੀ ਸਾਰੇ ਪੰਜਾਬ ਦੇ ਵਿੱਚ ਪਾਰਟੀ ਨੂੰ ਕੰਸਟਰਕਟ ਮੈਂ ਕੀਤਾ, ਇਹਦੀ ਉਸਾਰੀ ਦੀ ਸਾਰਾ ਜ਼ੋਰ ਮੈਂ ਲਾਇਆ, ਦੇਸ਼ਾਂ ਵਿਦੇਸ਼ਾਂ 'ਚ ਮੈਂ ਗਿਆ। ਤੇ ਪਾਰਟੀ ਨੇ ਕੀ ਕੀਤਾ? ਪ੍ਰਧਾਨ ਬਣਾ ਦਿੱਤਾ ਸੁੱਚਾ ਸਿੰਘ ਸ਼ੁੱਧਪੁਰ ਨੂੰ, ਮੈਂ ਕਿੱਥੇ ਸੀ? ਤੇ ਉਹ ਕਹਿੰਦੇ 2017 ਦੀਆਂ ਚੋਣਾਂ ਦੇ ਵਿੱਚ ਮੈਂ ਮਤਲਬ 300 ਚੋਣ ਰੈਲੀਆਂ ਕੀਤੀਆਂ ਪੰਜਾਬ 'ਚ, ਤੇ ਸਾਰੇ ਪੰਜਾਬ 'ਚ ਗਿਆ। ਸਭ ਤੋਂ ਟਫ ਸੀਟ ਜਲਾਲਾਬਾਦ ਵਾਲੀ ਮੈਂ ਲੜੀ, ਤੇ 2 ਮਹੀਨੇ ਪਹਿਲਾਂ ਪਾਰਟੀ 'ਚ ਆਏ ਗੁਰਪ੍ਰੀਤ ਘੁੱਗੀ ਨੂੰ ਬਣਾਤਾ ਕਨਵੀਨਰ, ਮੈਂ ਕਿੱਥੇ ਸੀ? ਕੋਈ ਸਵਾਲ ਤਾਂ ਵਾਜਬ ਨੇ, ਤੇ ਦੁੱਖ ਵੀ ਆ, ਪੀੜ ਵੀ ਝਲਕਦੀ ਆ। ਸੋ ਇਹਦੇ 'ਚੋਂ ਕਿੱਦਾਂ ਉਹਨੇ ਨਿਕਲਣਾ? ਜਾਂ ਤਾਂ ਫਿਰ ਉਹ ਜਿਹੜਾ ਇਹ ਆ ਵੀ ਉਹ ਡਿਸਟਰਬ, ਜਿੱਦਾਂ ਕਈ ਵਾਰੀ ਪਿੱਛੇ ਹੋਇਆ ਭਗਵੰਤ ਮਾਨ, ਡਿਸਟਰਬ ਹੋ ਕੇ ਉਹ ਬਿਲਕੁਲ ਨਿਰਾਸ਼ਾ 'ਚ ਜਾ ਸਕਦੇ ਆ, ਨਿਰਾਸ਼ਾ ਦੇ ਆਲਮ ਵੱਲ ਜਾ ਸਕਦੇ ਆ। ਤੇ ਜਾਂ ਫਿਰ ਉਹ ਇਸ ਬਗਾਵਤੀ ਤੇਵਰ ਦੇ ਨਾਲ ਇੱਕ ਵੱਖਰਾ ਮੁਹਾਂਦਰਾ ਸਿਰਜ ਸਕਦੇ ਆ। ਇਹ ਤਾਂ ਹੁਣ ਉਹਨਾਂ ਤੇ ਉੱਤੇ ਆ ਕਿ ਉਹਨਾਂ ਨੇ ਕੀ ਕਰਨਾ। ਪਰ ਦਸਾਂਝ ਸਾਹਿਬ ਜਿਹੜੀ ਸਟੇਟਮੈਂਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੇ ਇਹ ਸ਼ਬਦ ਕਹਿ ਕਿ ਮੈਂ ਵੱਧ ਵੋਟਾਂ ਲਈਆਂ ਤੇ ਬਣਾਤਾ ਗਾਂਧੀ ਰਾਂ ਨੂੰ,
ਤੇ ਬਣਾਤਾ ਛੋਟੇਪੁਰ ਨੂੰ ਜਾਂ ਘੁੱਗੀ ਨੂੰ, ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਫੇਵਰ 'ਚ ਜਾਣਗੀਆਂ ਕਿਤੇ ਨਾ ਕਿਤੇ। ਇਹਦੇ ਨਾਲ ਇਹ ਲੱਗੂਗਾ ਕਿ ਉਹ ਬੰਦਾ ਜਿਹੜਾ ਵਾ ਉਹ ਪਹਿਲੇ ਦਿਨ ਤੋਂ ਹੀ ਆਪਣੀ ਵਿਅਕਤੀਵਾਦੀ ਸੋਚ ਰੱਖਦਾ ਸੀਗਾ। ਤੇ ਹੁਣ ਧਰਮਵੀਰ ਗਾਂਧੀ ਹੋਰਾਂ ਦਾ ਜੇ ਲੈਵਲ ਵੇਖਿਆ ਜਾਵੇ ਉਸ ਤਰੀਕੇ ਨਾਲ, ਜੇ ਆਪਾਂ ਜੋ ਮਰਜ਼ੀ ਭਗਵੰਤ ਨਹੀਂ ਪਪੂਲਰ ਲੀਡਰ ਨੇ, ਮਾਸ ਪੁੱਲਰ ਨੇ, ਲੋਕਾਂ 'ਚ ਉਹਨਾਂ ਦੀ ਗੱਲ ਸੁਣੀ ਜਾਂਦੀ ਆ, ਤੇ ਜੇ ਸਿਆਣਪ ਦੇ ਪੱਖ ਤੋਂ ਜੇ ਧਰਮਵੀਰ ਗਾਂਧੀ ਹੋਰੀ ਉਹਨਾਂ ਨਾਲ ਕਿਤੇ ਮੇਲ ਜੋਲ ਕਰੀ, ਉਹਨਾਂ ਦਾ ਮੁਕਾਬਲਾ ਕਰਨਾ ਤਾਂ ਖੈਰ ਨਹੀਂ ਚਾਹੀਦਾ। ਹਰ ਬੰਦੇ 'ਚ ਗੁਣ ਔਗਣ ਹੁੰਦੇ ਆ, ਗਾਂਧੀ ਰਾਜ ਵੀ ਔਗਣ ਹੋਣਗੇ, ਪਰ ਫਿਰ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਬਹੁਤ ਵੱਡਾ ਗਲਤ ਫੈਸਲਾ ਹੋਊਗਾ ਵੀ ਭਗਵੰਤ ਮਾਨ ਨੂੰ ਬਣਾ ਦਿੱਤਾ ਜਾਂਦਾ ਤੇ ਗਾਂਧੀ ਰਾਂ ਨੂੰ ਪਿੱਛੇ ਛੱਡ ਦਿੱਤਾ ਜਾਂਦਾ। ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਵੋਟਾਂ ਘੱਟ ਲਈਆਂ, ਪਰ ਜਿਹੜਾ ਉਹਨਾਂ ਦਾ ਪਿਛਲਾ ਕੰਮ ਵੇਖਿਆ ਜਾਂਦਾ ਸਾਰਾ, ਉਹ ਕਿਤੇ ਘੱਟ ਨਹੀਂ ਸੀਗਾ। ਜੇ ਛੋਟੇਪੁਰ ਵਾਲਿਆਂ ਨੂੰ ਕੰਪੇਅਰ ਕਰ ਲਈਏ, ਘੁੱਗੀ ਵਾਲਾ ਮੈਂ ਨਹੀਂ ਗੱਲ ਸਮਝਦਾ, ਘੁੱਗੀ ਨੂੰ ਪਤਾ ਨਹੀਂ ਕਿਉਂ ਉਹਨਾਂ ਲਿਆਂਦਾ ਤੇ ਕਿਵੇਂ ਉਹ ਵਿਚਾਰਾ ਆ ਗਿਆ, ਫਸ ਗਿਆ। ਉਹ ਇਸ ਮਤਲਬ ਸਿਆਸਤ ਦੇ ਫਿੱਟ ਵੀ ਨਹੀਂ ਹੈਗਾ ਵਿਚਾਰਾ। ਪਰ ਜਿਹੜਾ ਘੱਟੋ ਘੱਟ ਆਹ ਮਸਲਾ ਸੀਗਾ ਸੁੱਚਾ ਸਿੰਘ ਛੋਟੇਪੁਰ ਵਾਲਾ ਤੇ ਗਾਂਧੀ ਵਾਲਾ, ਇਹ ਸਟੇਟਮੈਂਟ ਕਿਤੇ ਉਹਨਾਂ ਦੀ ਫੇਵਰ 'ਚ ਨਹੀਂ ਮੇਰੇ ਖਿਆਲ ਜਾਂਦੀ। ਤੇ ਦੂਜੀ ਗੱਲ ਇਹ ਆ ਕਿ ਜਦੋਂ ਪੂਰੀ ਦੀ ਪੂਰੀ ਪ੍ਰੈਸ ਜਦੋਂ ਗੱਲ ਆਉਂਦੀ ਸੀ ਕਿ ਭਗਵੰਤ ਮਾਨ ਕੈਂਡੀਡੇਟ ਹੋ ਸਕਦਾ ਹੈ, ਤੇ ਪੰਜਾਬ ਦੇ ਜਿੰਨੇ ਸਿਆਣੇ ਲੋਕ ਹੈ ਚਿੰਤਕ ਇੱਕੋ ਗੱਲ ਕਹਿੰਦੇ ਸੀ, ਨਹੀਂ ਜੀ ਭਗਵੰਤ ਦਾ ਉਹ ਕੈਲੀਬਰ ਨਹੀਂ ਆ ਸੀਐਮ ਵਾਲਾ, ਜੋ ਹੋਰ ਜੋ ਮਰਜ਼ੀ ਆ, ਵਧੀਆ ਵਾ, ਚੰਗਾ ਬੋਲਦਾ ਵਾ, ਚੰਗਾ ਭਾਸ਼ਣ ਕਰਦਾ ਵਾ, ਪਾਰਲੀਮੈਂਟ 'ਚ ਇਹਦੀ ਪਰਫਾਰਮੈਂਸ ਚੰਗੀ ਆ, ਪਰ ਸੀਐਮ ਦੇ ਲੈਵਲ ਦਾ ਹਾਣ ਦੀ ਉਹਦੇ 'ਚ ਕੁਆਲਿਟੀਆਂ ਨਹੀਂ ਆ, ਉਹ ਕੁਆਲਿਟੀਜ਼ ਹੈ ਨਹੀਂ। ਤੇ ਹੁਣ ਇੱਕਦਮ ਜਦੋਂ ਉਹ ਇਸ ਤਰ੍ਹਾਂ ਹੋਣ ਲੱਗਾ ਤੇ ਐਂ ਲੱਗਦਾ ਹੈ ਕਿ ਜਿੱਦਾਂ ਬਹੁਤੇ ਲੋਕਾਂ ਦੀ ਹਮਦਰਦੀ ਉਹਦੇ ਨਾਲ ਇਸ ਕਰਕੇ ਹੀ ਹੋ ਰਹੀ ਆ ਕਿ ਉਹ ਬੰਦੇ ਨੂੰ ਜਿੱਦਾਂ ਇਗਨੋਰ ਕਰ ਦਿੱਤਾ। ਮਤਲਬ ਲੋਕੀ ਤੇ ਦੋਨੇ ਪਾਸੇ ਤੁਰ ਪੈਂਦੇ, ਜੇ ਬਣਾਉਂਦੇ ਆ ਤੇ ਤਾਂ ਫਿੱਟ ਨਹੀਂਗਾ, ਜੇ ਹੁਣ ਨਹੀਂ ਬਣਾਉਂਦੇ ਤੇ ਫਿਰ ਕਹਿੰਦੇ ਵੀ ਕਿਉਂ ਨਹੀਂ ਬਣਾਉਂਦੇ। ਮਤਲਬ ਜਿਹੜੀ ਪ੍ਰੈਸ ਆ ਜਾਂ ਜਿਹੜੇ ਐਨਾਲਿਸਿਸ ਕਰਨ ਵਾਲੇ ਆ, ਉਹਨਾਂ ਦਾ ਕਿਰਦਾਰ ਵੀ ਤੇ ਕਿਤੇ ਨਾ ਕਿਤੇ ਦੂਹਰਾ ਲੱਗਦਾ ਨਾ ਜੀ ਇਹਨਾਂ ਮਾਮਲਿਆਂ ਤੇ। ਦੇਖੋ ਦੋ ਤਿੰਨ ਗੱਲਾਂ ਨੇ ਗਿੱਲ ਸਾਹਿਬ। ਨੰਬਰ 1 ਤਾਂ ਇਹ ਗੱਲ ਜਿਹੜੀ ਭਗਵੰਤ ਮਾਨ ਨੇ ਕਹੀ ਆ, ਉਹਦੇ 'ਚ ਮੁਕਾਬਲਾ ਤਾਂ ਲਾਜ਼ਮੀ ਤੌਰ 'ਤੇ ਹੋ ਸਕਦਾ ਸੀ। ਅਸੀਂ ਨਹੀਂ ਇਹ ਗੱਲ ਕਹਿ ਰਹੇ, ਇਹ ਤਾਂ ਭਗਵੰਤ ਮਾਨ ਨੇ ਕਿਹਾ ਨਾ ਵੀ ਮੇਰੇ ਨਾਲ ਇੱਦਾਂ ਦਾ ਹੋਈ ਹੈ। ਮੁਕਾਬਲਾ ਗਾਂਧੀ ਨਾਲ ਕਰਨਾ ਹੋਵੇ, ਸੁੱਚਾ ਸਿੰਘ ਛੋਟੇਪੁਰ ਨਾਲ ਕਰਨਾ ਹੋਵੇ, ਉਹ ਗੱਲਾਂ ਬਿਲਕੁਲ ਵੱਖਰੀਆਂ, ਵੱਖਰੀ ਡਿਬੇਟ ਦਾ ਇਸ਼ੂ, ਉਹਦੇ 'ਤੇ ਮੇਰੀ ਵੱਖਰੀ ਰਾਏ ਹੋ ਸਕਦੀ, ਤੁਹਾਡੀ ਵੱਖਰੀ ਹੋ ਸਕਦੀ ਹੈ। ਪਰ ਜਿਹੜੇ ਲੋਕ ਗੱਲਾਂ ਕਰਦੇ ਨੇ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਦੋਹਰੇ ਕਿਰਦਾਰ ਦੀ ਗੱਲ ਕਰਦੇ, ਦੇਖੋ ਉਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਡਾਕਟਰ ਧਰਮਵੀਰ ਗਾਂਧੀ ਦੀ ਜੇ ਆਪਾਂ ਗੱਲ ਕਰੀਏ ਤਾਂ ਦੂਜੀ ਵਾਰ ਉਹ ਚੋਣ ਨਹੀਂ ਜਿੱਤ ਸਕੇ। ਜਿਹੜੇ ਲੋਕ ਡਾਕਟਰ ਗਾਂਧੀ ਨੂੰ ਭਗਵੰਤ ਮਾਨ ਦੇ ਪੈਰਲਰ ਬਹੁਤ ਵਧੀਆ ਮੰਨਦੇ ਸੀ, ਉਹ ਲੋਕ ਕਿੰਨੇ ਹੋਣਗੇ। ਇੱਥੇ ਸਿਰ ਨਹੀਂ ਗਿਣੇ ਜਾਂਦੇ, ਮਤਲਬ ਦਿਮਾਗ ਨਹੀਂ ਗਿਣੇ ਜਾਂਦੇ, ਸਿਰ ਗਿਣੇ ਜਾਂਦੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਭਗਵੰਤ ਮਾਨ ਦਾ ਦੁਬਾਰਾ ਫਿਰ ਐਮਪੀ ਬਣ ਗਿਆ ਤੇ ਠੀਕ ਹੈ, ਉਹਦੀ ਵੋਟ ਘਟੀ ਵੀ ਆ, ਪਰ 1 ਲੱਖ ਵੋਟ ਤੋਂ ਜ਼ਿਆਦਾ ਫਿਰ ਉਹਨੇ ਹਰਾਇਆ, ਵਿਰੋਧੀਆਂ ਨੂੰ ਜਿੱਤਿਆ। ਤੇ ਜੇ ਸੁੱਚਾ ਸਿੰਘ ਛੋਟੇਪੁਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਭਗਵੰਤ ਮਾਨ ਦਾ, ਉਹ 700 ਵੋਟ ਪਈ, ਉਹਨੂੰ ਸਿਰਫ 700 ਵੋਟ ਪਈ ਭਗਵੰਤ ਉਹਨੂੰ, ਸੁੱਚਾ ਸਿੰਘ ਛੋਟੇਪੁਰ। ਸੋ ਅਲਟੀਮੇਟਲੀ ਮੇਰਾ ਮੰਨਣਾ ਇਹ ਆ ਵੀ ਦੇਖੋ ਜਿੱਦਾਂ ਦਾ ਸਾਡਾ ਮਾਹੌਲ ਹੈ ਨਾ ਜੀ, ਜਿਸ ਤਰ੍ਹਾਂ ਦੀ ਸਾਡੀ ਪੋਲਿਟਿਕਸ ਹੈ, ਇਹਦੇ 'ਚ ਜਿੱਦਾਂ ਮੈਂ ਕਿਹਾ ਸਿਰ ਗਿਣੇ ਜਾਂਦੇ ਆ। ਥੱਲੇ ਲੋਕਾਂ 'ਚ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਹਾਲੇ ਵੀ, ਉਹ ਭਗਵੰਤ ਮਾਨ ਨੂੰ ਹੀ ਜ਼ਿਆਦਾ ਪਿਆਰ ਕਰਦੇ ਆ। ਇਹ ਗੱਲ ਮੰਨਣ ਵਾਲੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਮੈਂ ਤੁਹਾਨੂੰ ਫਿਰ ਕਹਿੰਦਾ ਵੀ ਜੇ ਆਮ ਆਦਮੀ ਪਾਰਟੀ ਜਿਸ ਪੋਜੀਸ਼ਨ 'ਚ ਅੱਜ ਆ, 5 ਸੀਟਾਂ ਨਹੀਂ ਪੰਜਾਬ ਜਿੱਤਦੀ, ਤੇ 5 'ਚੋਂ ਭਗਵੰਤ ਮਾਨ ਤਾਂ ਜ਼ਰੂਰ ਜਿੱਤੂਗਾ, ਬਾਕੀ ਕੋਈ ਨਹੀਂ ਜਿੱਤਦਾ। ਪਰ ਜੇ ਆਮ ਆਦਮੀ ਪਾਰਟੀ ਤੋਂ ਬਾਹਰ ਜਾ ਕੇ ਭਗਵੰਤ ਮਾਨ ਇੱਕ ਵਿਕਟਮ ਦੇ ਤੌਰ ਤੇ ਪੇਸ਼ ਹੁੰਦੇ ਆ, ਫਿਰ ਆਹ ਗੱਲਾਂ ਪਿੱਛੇ ਰਹਿ ਜਾਣੀਆਂ ਵੀ ਇਹ ਪਤਾ ਨਹੀਂ ਪ੍ਰਧਾਨਗੀ ਲਈ ਜਾਂ ਆਪਣੀ ਮੁੱਖ ਮੰਤਰੀ ਦੇ ਚਿਹਰੇ ਲਈ ਏਦਾਂ ਕਰਦਾ ਸੀ। ਜੇ ਏਦਾਂ ਹੁੰਦਾ ਤਾਂ ਫਿਰ ਤਾਂ ਨਵਜੋਤ ਸਿੰਘ ਸਿੱਧੂ ਬਾਰੇ ਬਹੁਤ ਚੀਜ਼ਾਂ ਸਪਸ਼ਟ ਹੋ ਗਈਆਂ ਵੀ ਉਹ ਤਾਂ ਸਿਰਫ ਤੇ ਸਿਰਫ ਪ੍ਰਧਾਨਗੀ ਚਾਹੁੰਦਾ ਤੇ ਮੁੜ ਕੇ ਸੀਐਮ ਦੀ ਕੁਰਸੀ ਚਾਹੁੰਦਾ। ਉਹਦੇ ਬਾਵਜੂਦ ਥੱਲੇ ਜਿਹੜੇ ਕਾਂਗਰਸ ਦੇ ਕੁਝ ਲੋਕ ਹੈਗੇ ਆ, ਉਹ ਕਿੱਦਾਂ ਲੈਂਦੇ ਕਿੱਦਾਂ ਨਹੀਂ ਵੱਖਰੀ ਗੱਲ ਹੈ। ਪਰ ਹਾਲੇ ਵੀ ਹਾਈ ਕਮਾਂਡ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਨ ਦੀ ਹਿੰਮਤ ਨਹੀਂ ਕਰ ਸਕੀ। ਸੋ ਬੜੀ ਅਜੀਬ ਕਿਸਮ ਦੀ ਪੋਲਿਟਿਕਸ ਹੈ ਸਾਡੀ ਇੱਥੇ, ਬੜੀ ਇੱਕ ਖਲਾਅ ਦੀ ਸਥਿਤੀ ਹੈ ਇੱਥੇ। ਪੰਜਾਬ ਨੂੰ ਬਿਲਕੁਲ ਵੱਖਰੀ ਪੋਲਿਟਿਕਸ ਕਰਨ ਵਾਲੇ ਕੁਝ ਜਿਹੜੇ ਸੁਹਿਰਦ ਲੋਕਾਂ ਦੀ ਜ਼ਰੂਰਤ ਹੈ, ਜਿਹੜੀ ਪੂਰੀ ਨਹੀਂ ਹੋ ਪਾ ਰਹੀ। ਇਹ ਸਾਰੀਆਂ ਪਾਰਟੀਆਂ ਜਿਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ, ਸਣੇ ਆਮ ਆਦਮੀ ਪਾਰਟੀ, ਇਹ ਲਗਭਗ ਇੱਕੋ ਜਿਹੀਆਂ। ਇਸੇ ਕਰਕੇ ਮੈਂ ਇਹ ਗੱਲ ਜ਼ਿਆਦਾ ਉਭਾਰਨ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਪੰਜਾਬ ਨੂੰ ਤੀਜੇ ਜਾਂ ਚੌਥੇ ਮੋਰਚੇ ਦੀ ਜ਼ਰੂਰਤ ਨਹੀਂ ਹੈ, ਪੰਜਾਬ ਨੂੰ ਦੂਜੇ ਮੋਰਚੇ ਦੀ ਜ਼ਰੂਰਤ ਹੈ। ਕਿਉਂਕਿ ਇੱਕ ਮੋਰਚਾ ਤੇ ਨਾ ਸਾਰਿਆਂ ਦਾ ਰਲ ਕੇ ਹੀ ਹੈ, ਇਹ ਸਾਰੇ ਰਲੇ ਹੋਏ ਨੇ ਥੋੜੇ ਬਹੁਤ ਫਰਕ ਦੇ ਨਾਲ, ਤੇ ਸਾਰਿਆਂ ਦਾ ਇੱਕੋ ਜਿਹਾ ਰਾਜਸੀ ਕਿਰਦਾਰ ਹੈ ਜੀ। ਜੇ ਮੰਨ ਲਿਆ ਜਾਵੇ ਕਿ ਵਾਕਿਆ ਉਹਨਾਂ ਦੀ ਜਿਹੜੀ ਇਹ ਫੁੱਟ ਪਈ ਆ ਉਹ ਸੱਚੀ ਮੁੱਚੀ ਸਾਹਮਣੇ ਆ ਜਾਂਦੀ ਆ ਤੇ ਭਗਵੰਤ ਮਾਨ ਦੀ ਪਾਰਟੀ ਛੱਡ ਦਿੰਦੇ ਆ,
ਤੇ ਇੱਕ ਸਟੇਟ ਲੈਵਲ ਦੀ ਪਾਰਟੀ ਬਣਦੀ ਆ ਜਿਹਦੀ ਜ਼ਰੂਰਤ ਤੁਸੀਂ ਕਹਿ ਰਹੇ ਹੋ, ਮੈਂ ਵੀ ਸਮਝਦਾ, ਸਾਰੇ ਸਮਝਦੇ ਆ। ਉਹਦੇ ਵਿੱਚ ਫਿਰ ਇੰਨੇ ਥੋੜੇ ਸਮੇਂ ਦੇ ਵਿੱਚ ਜਿਹੜੀਆਂ ਵੰਨਗੀ ਵੱਖ-ਵੱਖ ਇਕੱਠੀ ਹੋਊਗੀ, ਮੈਨੂੰ ਪਤਾ ਸਾਰੇ ਦੌੜ ਪੈਣਗੇ ਉਧਰ ਨੂੰ, ਜਿਹੜੇ ਸਾਰੇ ਛਾਂਟੇ ਹੋਏ ਲੋਕ ਆ ਜਿਨ੍ਹਾਂ ਨੂੰ ਕੋਈ ਥਾਂ ਨਹੀਂ ਮਿਲ ਰਿਹਾ, ਜਿਨ੍ਹਾਂ ਨੂੰ ਉਮੀਦ ਨਹੀਂ ਟਿਕਟਾਂ ਦੀ, ਉਹ ਸਾਰੇ ਉਧਰ ਨੂੰ ਭੱਜ ਤੁਰਨਗੇ। ਫਿਰ ਉਹ ਲੋਕ ਜਿਹੜੇ ਨੇ, ਮੈਂ ਨਾ ਉਹ 'ਚ ਕਮਿਊਨਿਸਟ ਵੀ ਰਲ ਜਾਣ ਉਹਨਾਂ ਨਾਲ। ਫਿਰ ਕੀ ਉਮੀਦ ਪਾਲਦੇ ਹੋ ਤੁਸੀਂ ਵੀ ਕੋਈ ਸਰਕਾਰ ਬਣਾ ਲੈਣਗੇ? ਜੇ ਬਣਾ ਲੈਣਗੇ ਤਾਂ ਕਿੰਨੇ ਦਿਨ ਚੱਲੂਗੀ? ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੋਈ ਆਦਰਸ਼ ਕਿਸਮ ਦੀ ਸਥਿਤੀ ਨਹੀਂ ਹੈ। ਇਹ ਕੋਈ ਤਾਜ਼ੀ ਜ਼ਮੀਨ ਚੋਂ ਉੱਭਰੀ ਹੋਈ ਰਾਜਨੀਤਿਕ ਧਿਰ ਨਹੀਂ ਹੋਣੀ। ਇਹ ਧਿਰ ਵੀ ਲਗਭਗ ਉਦਾਂ ਦੀ ਹੀ ਹੋਣੀ ਜਿੱਦਾਂ ਦੀ ਪਹਿਲਾਂ ਹੈ। ਪਰ ਇਹ ਜ਼ਰੂਰ ਹੈ ਕਿ ਜਿੱਦਾਂ ਮੈਂ ਕਿਹਾ ਵੀ ਜਿਸ ਤਰ੍ਹਾਂ ਦੀਆਂ ਡਿਮਾਂਡਸ ਇਸ ਵੇਲੇ ਉੱਠ ਰਹੀਆਂ, ਜਿੱਦਾਂ ਕਿਸਾਨ ਆਗੂਆਂ ਦੇ ਨਹੀਂ, ਪਰ ਸਰ ਜੇ ਇਸ ਗੱਲ ਨੂੰ ਬੂਰ ਪੈਣਾ ਹੁੰਦਾ ਤੇ ਜਿੰਨੇ ਜ਼ੋਰਦਾਰ ਤਰੀਕੇ ਨਾਲ ਖਹਿਰੇ ਰਾਣੇ ਨੇ ਆਵਾਜ਼ ਉਠਾਈ ਸੀਗੀ ਕਿ ਪੰਜਾਬ ਦੀ ਆਪ ਪਾਰਟੀ ਜਿਹੜੀ ਆਪਣੇ ਫੈਸਲੇ ਆਪ ਲਵੇ, ਤੇ ਤੁਸੀਂ ਹੁਣੇ ਕਿਹਾ ਆ ਕਿ ਜਿਹੜੇ ਉਹ ਹੈਗੇ ਨੇ ਹਰਪਾਲ ਚੀਮਾ ਨਹੀਂ, ਉਹਨਾਂ ਦੀ ਹਸਤੀ ਵੀ ਭਗਵੰਤ ਕਰਕੇ ਆ। ਪਰ ਭਗਵੰਤ ਦੀ ਹਸਤੀ ਕਿੱਥੇ ਆ? ਭਗਵੰਤ ਦੇ ਸਿਰ ਤੇ ਉਹ ਨਿਕਲਦਾ ਮੁੰਡਾ ਰਾਘਵ ਚੱਡਾ ਤੇ ਕੋਈ ਸੰਦੀਪ ਪਾਠਕ ਬਿਠਾਤੇ, ਜਿੱਦਾਂ ਪਿਛਾ ਦੁਰਗੇਸ਼ ਪਾਠਕ ਤੇ ਉਹ ਬਿਠਾਏ ਸੀ ਸੰਜੇ ਸਿੰਘ, ਉਹੋ ਜਿਹਾ ਇੱਕ ਕੰਮ ਫਿਰ ਸ਼ੁਰੂ ਹੋ ਗਿਆ। ਤੇ ਹਸਤੀ ਤੇ ਕਿਸੇ ਦੀ ਵੀ ਕੁਛ ਨਹੀਂ, ਪੰਜਾਬ ਦੇ ਤੇ ਕਿਸੇ ਲੀਡਰ ਦੀ ਕੋਈ ਹਸਤੀ ਨਹੀਂ। ਮੈਂ ਉਹ ਕਹਿ ਰਿਹਾ ਵੀ ਜੇ ਆਪਾਂ ਤਾਂ ਉਸ ਸਥਿਤੀ ਨੂੰ ਵਿਚਾਰ ਰਹੇ ਹਾਂ ਵੀ ਜਿਸ ਸਥਿਤੀ ਦੇ ਵਿੱਚ ਉਹ ਆਮ ਆਦਮੀ ਪਾਰਟੀ 'ਚ ਨਾ ਰਹਿਣ, ਜੇ ਉਹ ਆਮ ਆਦਮੀ ਪਾਰਟੀ 'ਚ ਤਾਂ ਫਿਰ ਇਹੀ ਹਾਲਤ ਰਹਿਣੀ ਉਹਨਾਂ ਦੀ ਜਿਹੜੀ ਇਸ ਵੇਲੇ ਹੈ। ਉਹਦੇ 'ਚ ਮੈਨੂੰ ਸਭ ਤੋਂ ਜ਼ਿਆਦਾ ਖਤਰਾ ਇਹੀ ਹੈ ਵੀ ਉਹ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਨਾ ਹੋ ਜਾਣ, ਜਿੱਦਾਂ ਪਿੱਛੇ ਕੁਝ ਸਮਾਂ ਹੋ ਰਹੇ। ਜੋ ਏਦਾਂ ਚੱਲੇ ਜਾਂਦੇ ਆ ਤੇ ਫਿਰ ਤਾਂ ਮੁਸ਼ਕਲ ਵਾਲੇ ਹਾਲਾਤ ਹੈ। ਪਰ ਜੇ ਉਹ ਥੋੜਾ ਆਪਣਾ ਮਨ ਮਜ਼ਬੂਤ ਕਰਕੇ ਥੋੜਾ ਵੱਖਰਾ ਕੁਝ ਮੁਹਾਂਦਰਾ ਸਿਰਜਣ ਦੀ ਕੋਸ਼ਿਸ਼ ਕਰਦੇ ਆ ਬਾਹਰ ਜਾ ਕੇ, ਤਾਂ ਉਹ ਵੀ ਕੋਈ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਕਿ ਉਹ ਆਦਰਸ਼ਕ ਸਥਿਤੀ ਨਹੀਂ ਹੈ ਕਿ ਹਾਂ ਅਸੀਂ ਸੋਚ ਲਈਏ ਵੀ ਪਤਾ ਨਹੀਂ ਇਹ ਜੀ ਕੋਈ ਇਨਕਲਾਬ ਲੈ ਆਉਣਗੇ। ਉਹ ਵੀ ਲਗਭਗ ਇਸੇ ਤਰ੍ਹਾਂ ਦੇ ਪੋਲੀਟੀਕਲ ਸੈਟਅਪ ਦੇ ਵਿੱਚ ਹੀ ਉਹਨਾਂ ਨੇ ਰੱਦ ਕਰਨਾ ਆਪਣੇ ਆਪ ਨੂੰ। ਪਰ ਉਹਦੇ 'ਚ ਇਹ ਜ਼ਰੂਰ ਬਣ ਜਾਏਗਾ ਵੀ ਉਹਦੇ 'ਚ ਇਹ ਨਹੀਂ ਵੀ ਕਮਿਊਨਿਸਟ ਸ਼ਾਮਲ ਹੋ ਜਾਣਗੇ। ਕੁਝ ਧਿਰਾਂ ਨੇ ਜਿਹੜੀਆਂ, ਜੇ ਪੰਜਾਬ ਦਾ ਏਜੰਡਾ ਜਿਹਦਾ ਕਿਸਾਨ ਜਥੇਬੰਦੀ ਦਾ ਮੈਂ ਜ਼ਿਕਰ ਕੀਤਾ, ਕਿਸਾਨ ਜਥੇਬੰਦੀਆਂ ਨੇ ਜਿਹੜੀ ਗੱਲ ਕਹੀ, ਪ੍ਰਗਟ ਸਿੰਘ ਨੇ ਬਾਹਰ ਆ ਕੇ ਗੱਲ ਕਹੀ ਵੀ ਕਾਂਗਰਸ ਵੀ ਏਦਾਂ ਸੋਚਦੀ ਹੈ। ਇਹਦਾ ਹੁਣ ਪ੍ਰੈਕਟਿਸ 'ਚ ਪਤਾ ਲੱਗੂਗਾ ਕਾਂਗਰਸ ਦੇ ਚੋਣ ਐਲਾਨਨਾਮੇ ਤੋਂ ਜਾਂ ਬਾਕੀ ਗੱਲਾਂ ਤੋਂ ਵੀ ਉਹ ਕਿੱਦਾਂ ਸੋਚਦੀ ਹੈ। ਕਿਉਂਕਿ ਦੋ ਗੱਲਾਂ ਉਹਨਾਂ ਨੇ ਕਹੀਆਂ ਵੀ ਕਿਸਾਨ ਜਥੇਬੰਦੀਆਂ ਵਾਲੇ ਕਹਿੰਦੇ ਆ ਵੀ ਇੱਕ ਤਾਂ ਤੁਸੀਂ ਆਪਣਾ ਪੰਜਾਬ ਦਾ ਵਿਜ਼ਨ ਜਿਹੜਾ ਸਪਸ਼ਟ ਕਰੋ, ਤੁਹਾਡਾ ਏਜੰਡਾ ਕੀ ਆ। ਦੂਜਾ ਕਹਿੰਦੇ ਆ ਲੀਗਲ ਡਾਕੂਮੈਂਟ ਬਣਾਓ ਇਲੈਕਸ਼ਨ ਆਪਣੇ ਮੈਨੀਫੈਸਟੋ। ਮੈਂ ਕਹਿੰਦਾ ਵੀ ਕਾਂਗਰਸ ਨੇ ਇਹ ਨਹੀਂ ਕਰਨਾ, ਭਾਵੇਂ ਪ੍ਰਗਟ ਸਿੰਘ ਨੇ ਕਿਹਾ ਅਸੀਂ ਕਰਾਂਗੇ। ਮੈਂ ਕਹਿੰਦਾ ਵੀ ਜੇ ਭਗਵੰਤ ਮਾਨ ਜਾਂ ਇਹਨਾਂ ਦੇ ਸਾਥੀ ਕੁਝ ਵੱਖਰਾ ਆਪਣਾ ਰੀਜਨਲ ਪਾਰਟੀ ਬਣਾ ਕੇ ਕਰਦੇ ਆ ਤੇ ਇਹ ਦੋ ਹੀ ਗੱਲਾਂ ਕਰ ਦੇਣ। ਇੱਕ ਤਾਂ ਪੰਜਾਬ ਵਾਲੇ ਆਪਣਾ ਏਜੰਡਾ ਸਪਸ਼ਟ ਕਰ ਦੇਣ ਲਿਖਤੀ ਤੌਰ ਦੇ ਉੱਤੇ, ਤੇ ਦੂਜਾ ਉਹ ਇਲੈਕਸ਼ਨ ਮੈਨੀਫੈਸਟੋ ਜਾਂ ਆਪਣਾ ਪਾਰਟੀ ਪ੍ਰੋਗਰਾਮ ਜਿਹੜਾ ਵੀ ਬਣਾਉਣਗੇ ਉਹਨੂੰ ਲੀਗਲ ਡਾਕੂਮੈਂਟ ਦਾ ਦਰਜਾ ਦਵਾ ਦੇਣ, ਬਕਾਇਦਾ ਅਦਾਲਤ ਵਿੱਚ ਚੱਲ ਜਾਣ ਵੀ ਲਓ ਜੀ ਸਾਡਾ ਤਾਂ ਆਹ ਆ ਕਾਨੂੰਨ ਦਸਤਾਵੇਜ਼ ਹੈ। ਇਹਨਾਂ ਦੋ ਗੱਲਾਂ ਕਰਕੇ ਉਹ ਇਸ ਵੇਲੇ ਜੋ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਹੈ ਉਹਦੇ ਨਾਲੋਂ ਜ਼ਿਆਦਾ ਬਿਹਤਰ ਪੋਜੀਸ਼ਨ 'ਚ ਜਾ ਸਕਦੇ ਆ। ਕੋਈ ਉਹ ਸਰਕਾਰ ਬਣਾ ਲੈਣਗੇ ਜਾਂ ਕੋਈ ਬਹੁਤ ਵੱਡੀ ਮਤਲਬ ਵੱਖਰੀ ਸਿਆਸਤ ਕਰ ਦੇਣਗੇ, ਇੱਦਾਂ ਦਾ ਕੁਝ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਉਹਦੇ ਨਾਲ ਫਿਰ ਇੱਕ ਸਾਂਝਾ ਪਲੇਟਫਾਰਮ ਹੋ ਸਕਦਾ ਹੈ। ਕੁਝ ਕਮਿਊਨਿਸਟ ਪਾਰਟੀਆਂ ਵੀ ਆ ਸਕਦੀਆਂ, ਕੁਝ ਬਾਕੀ ਧੜੇ ਵੀ ਆ ਸਕਦੇ ਆ, ਤਾਂ ਇੱਕ ਥੋੜਾ ਬਣ ਜਾਏਗਾ ਵੀ ਹਾਂ ਵੀ ਉੱਥੇ ਰਹਿ ਗਈ ਹੈ ਜਿਹੜੀ ਕਾਂਗਰਸ, ਅਕਾਲੀ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਆਪਣੇ ਆਪ ਨੂੰ ਪੇਸ਼ ਕਰ ਰਹੀ ਹੈ। ਉਹਦੇ ਨਤੀਜੇ ਕਿੰਨੇ ਉਹਨਾਂ ਦੇ ਪੱਖ ਤੋਂ ਆਉਂਦੇ ਆ, ਉਹ ਸਾਰੀਆਂ ਚੀਜ਼ਾਂ ਜਦੋਂ ਬਣ ਗਈਆਂ ਉਦੋਂ ਹੀ ਦੇਖ ਕੇ ਦੱਸੀ ਜਾ ਸਕਦੀ ਜੀ। 4 ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਸੱਦੀ ਸੀ ਤੇ ਅਸੀਂ ਬੜੇ ਖੁਸ਼ ਸੀ ਸਾਰੇ ਕਿ ਕਿਸਾਨਾਂ ਦੀ ਸ਼ਕਤੀ ਇੰਨੀ ਜ਼ਿਆਦਾ ਆ ਕਿ ਉਹ ਪੋਲੀਟੀਕਲ ਪਾਰਟੀਆਂ ਨੂੰ ਗੋਡਿਆਂ ਪਰਨੇ ਕਰ ਲਿਆ, ਉਹਨਾਂ ਨੂੰ ਵੇਟ ਕਰਨੀ ਪਈ ਔਰ ਆਪੋ ਆਪਣੇ ਸਮੇਂ ਦਾ ਇੰਤਜ਼ਾਰ ਕਰਨਾ ਪਿਆ ਔਰ ਸਾਰੀਆਂ ਗੱਲਾਂ ਨਾਲ ਸਹਿਮਤ ਹੋਏ। ਹਾਲਾਂਕਿ ਦੋ ਪਾਰਟੀਆਂ ਨੇ ਕਿਹਾ ਸੀ ਕਿ ਅਸੀਂ ਆਪਣੀ ਹਾਈ ਕਮਾਂਡ 'ਚ ਡਿਸਕਸ ਕਰਾਂਗੇ, ਪਰ ਹੁਣ ਕੈਪਟਨ ਸਾਹਿਬ ਦਾ ਇੱਕ ਬਿਆਨ ਆ ਰਿਹਾ। ਕੈਪਟਨ ਸਾਹਿਬ ਕਹਿੰਦੇ ਆ ਵੀ 113 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਨਾਕੇ ਲਾਏ ਹੋਏ ਕਿਸਾਨਾਂ ਨੇ ਤੇ ਉਹ ਉਹਨਾਂ ਨੂੰ ਫੌਰੀ ਤੌਰ ਤੇ ਉਠਾ ਲੈਣ ਤੇ ਆਪਣਾ ਰੁਖ ਬਣਾਉਣ ਦਿੱਲੀ ਦੇ ਬਾਰਡਰ ਤੇ। ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਕਿਹਾ ਹੋਇਆ ਕਿ ਸਰਕਾਰ ਪੰਜਾਬ ਦੀ ਇਹ ਨਾਕੇ ਤੇ ਉਠਾਵੇ ਕਿਉਂਕਿ ਜਿਹੜੇ ਟੋਲ ਪਲਾਜ਼ੇ ਨੇ ਉਹ ਤੋਂ ਕਰੋੜਾਂ ਰੁਪਏ ਦਾ ਪਰ ਡੇ ਨੁਕਸਾਨ ਹੋ ਰਿਹਾ ਲੰਬੇ ਸਮੇਂ ਤੋਂ। ਤੇ ਇੱਕ ਪਾਸੇ ਤੇ ਕਿਸਾਨ ਜਥੇਬੰਦੀਆਂ ਯੂਪੀ 'ਚ ਨਾਕੇ ਫ੍ਰੀ ਕਰਨੀਆਂ ਨੇ, ਟੋਲ ਟੈਕਸ ਫ੍ਰੀ ਕਰਨ ਦੀ ਕਾਲ ਦੇ ਰਹੀਆਂ ਨੇ, ਹਰਿਆਣੇ 'ਚ ਕਾਲ ਦੇ ਰਹੀਆਂ ਨੇ, ਰਾਜਸਥਾਨ ਦੀ ਕਹਿ ਰਹੀਆਂ ਨੇ, ਤੇ ਦੂਜੇ ਪਾਸੇ ਇਹ ਰੁਖ ਅਮਰਿੰਦਰ ਸਿੰਘ ਹਰਾਂ ਦਾ ਕਿ ਪੰਜਾਬ ਦਾ ਨੁਕਸਾਨ ਨਾ ਕਰੋ ਤੇ ਉੱਠ ਕੇ ਦਿੱਲੀ ਚਲੇ ਜਾਓ। ਇਹ ਵਾਜਬ ਹੈ ਜਾਂ ਕੀ, ਇਹਨੂੰ ਤੁਸੀਂ ਕੀ ਸਮਝਦੇ ਹੋ? ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਰੰਤ ਇਹਦੇ ਤੇ ਰਿਐਕਸ਼ਨ ਆਇਆ। ਸੰਯੁਕਤ ਕਿਸਾਨ ਮੋਰਚੇ ਦੇ
ਮੁੱਖ ਆਗੂਆਂ ਦੇ ਵਿੱਚੋਂ ਇੱਕ ਕੁਲਵੰਤ ਸਿੰਘ ਸੰਧੂ ਨੇ ਮੈਨੂੰ ਵਿਧਾਨ ਸਭਾ ਵੱਲੋਂ ਉਹਨਾਂ ਨੇ ਵੀਡੀਓ ਜਾਰੀ ਕੀਤੀ, ਤੁਰੰਤ ਇਹਦੇ ਤੇ ਰਿਐਕਟ ਕੀਤਾ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਲਾਹਾਂ ਨਾ ਸਾਨੂੰ ਦੇਣ, ਵੀ ਜੇ ਉਹ ਇਹ ਸਮਝਦੇ ਆ ਕਿ ਪੰਜਾਬ ਦੇ ਵਿੱਚ ਜੀ ਇੱਕ ਬੜੀ ਉਹਨਾਂ ਨੇ ਡੈਮੇਜਿੰਗ ਗੱਲ ਵੀ ਕਹੀ ਆ ਕੈਪਟਨ ਅਮਰਿੰਦਰ ਨੇ, ਵੀ ਜੇ ਪੰਜਾਬ ਨਾ ਰੋਕਦਾ, ਜੇ ਪੰਜਾਬ ਰੋਕਦਾ, ਜੇ ਪੰਜਾਬ ਰੋਕਦਾ ਤੁਸੀਂ ਦਿੱਲੀ ਨਹੀਂ ਸੀ ਜਾ ਸਕਦੇ, ਦਿੱਲੀ ਨਹੀਂ ਸੀ ਜਾ ਸਕਦੇ। ਇਹਨੂੰ ਤੋਹੀਨ ਦੇ ਤੌਰ ਤੇ ਕਿਸਾਨ ਮੋਰਚੇ ਨੇ ਲਿਆ ਤੇ ਗੱਲ ਕਹੀ ਵੀ ਜੇ 5 ਦਿਨ ਅਸੀਂ ਗੰਨਾ ਕਾਸ਼ਤਕਾਰ ਜਿਹੜੇ ਆ ਹਾਈਵੇ ਜਾਮ ਨਾ ਕਰਦੇ, ਲਗਾਤਾਰ ਉਹਨੂੰ ਅਸੀਂ ਮੋਰਚਾ ਅੱਗੇ ਲੈ ਕੇ ਜਾਣਾ ਸੀ, ਤਾਂ ਤੁਸੀਂ ਗੰਨੇ ਦੀ ਜਿਹੜੀ ਕੀਮਤ ਆ ਉਹ 360 ਰੁਪਏ ਨਾ ਕਰਦੇ, ਤੁਸੀਂ ਉਹ ਜਿਹੜਾ ਸਾਡੇ ਬਕਾਇਆ ਉਹ ਵਾਪਸ ਦੇਣ ਨੂੰ ਨਾ ਮੰਨਦੇ। ਐਜੀਟੇਸ਼ਨ ਨੇ ਹੀ ਤੁਹਾਨੂੰ ਮਜਬੂਰ ਕੀਤਾ ਕਿ ਅਸੀਂ ਕਿਉਂ ਨਾ ਕਰੀਏ ਐਜੀਟੇਸ਼ਨ। ਐਜੀਟੇਸ਼ਨ ਤਾਂ ਰਹਿਣੀ ਹੈ, ਇਹ ਜਿੱਥੇ ਹੈ ਰਹਿਣੀ ਹੈ, ਤੇ ਉੱਥੇ ਜਿੱਥੇ ਹੈ ਰਹੀ ਉਹ ਬਹੁਤੇ ਰਿਲਾਇੰਸ ਦੇ ਦਫ਼ਤਰਾਂ ਦੇ ਸਾਹਮਣੇ ਹੈ, ਜਾਂ ਖੁਸ਼ਕ ਬੰਦਰਗਾਹ ਜਿਹੜੀ ਆ ਉਹ ਚੁਕਾ ਦਿੱਤੀ ਹੈ ਲੁਧਿਆਣੇ ਵਾਲੀ, ਉਹ ਐਜੀਟੇਸ਼ਨ ਕਰਕੇ ਹੀ ਹੈ, ਜਾਂ ਟੋਲ ਪਲਾਜ਼ੇ ਆ ਪ੍ਰਾਈਵੇਟ ਕੰਪਨੀਆਂ ਉੱਥੋਂ ਪੈਸੇ ਵਸੂਲਦੀਆਂ, ਤੁਹਾਨੂੰ ਕੀ ਤਕਲੀਫ ਹੈ? ਇਹਦੇ ਪਿੱਛੇ ਉਹੀ ਗੱਲ ਜਿਹੜੀ ਤੁਸੀਂ ਕਹੀ ਆ ਵੀ ਜਿਹੜੀ ਚਿੱਠੀ ਜਾਰੀ ਕੀਤੀ ਹੈ ਕੇਂਦਰ ਸਰਕਾਰ ਨੇ ਪੰਜਾਬ ਗਵਰਨਮੈਂਟ ਨੂੰ ਵੀ ਤੁਸੀਂ ਟੋਲ ਪਲਾਜ਼ੇ ਜਿਹੜੇ ਆ ਉੱਥੋਂ ਜਿਹੜੇ ਜਾਮ ਲਵਾਓ, ਤੇ ਸ਼ਾਇਦ ਉਹਦੇ ਇੱਕ ਅਸਰ ਤੋਂ ਇਹ ਸਾਰੀ ਗੱਲ ਨਿਕਲ ਕੇ ਆਈ ਹੈ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਨੇ ਜਿਹੜਾ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰੇ ਮਸਲੇ ਨੂੰ ਟੈਕਲ ਕੀਤਾ ਸੀ, ਏਦਾਂ ਗੱਲ ਕਰਕੇ ਉਹਨੇ ਆਪਣਾ ਨੁਕਸਾਨ ਕਰਾ ਲਿਆ ਘੱਟੋ ਘੱਟ ਕੈਪਟਨ ਅਮਰਿੰਦਰ ਨੇ, ਕਿਉਂਕਿ ਉਹਨਾਂ ਦਾ ਕੋਈ ਪਾਲਿਸੀ ਬਿਆਨ ਤਾਂ ਹੈ ਨਹੀਂ ਇਹ ਕਾਂਗਰਸ ਪਾਰਟੀ ਦਾ ਜਾਂ ਸਰਕਾਰ ਦਾ। ਉਹਨਾਂ ਨੇ ਤਾਂ ਇੱਕ ਭਾਸ਼ਣ ਕਰਦਿਆਂ ਕਹਿ ਦਿੱਤਾ, ਤੇ ਭਾਸ਼ਣ ਕਰਦਿਆਂ ਕਈ ਵਾਰੀ ਗੱਲਾਂ ਕਹੀਆਂ ਜਾਂਦੀਆਂ, ਪਰ ਕਈਆਂ ਉਹੀ ਜਾਂਦੀਆਂ ਜਿਹੜੀ ਅੰਦਰ ਹੁੰਦੀਆਂ, ਅੰਦਰ ਉਹਨਾਂ ਦੇ ਗੱਲ ਇਹ ਹੈ, ਇਹਦਾ ਮਤਲਬ। ਸੋ ਮੈਨੂੰ ਲੱਗਦਾ ਕਿ ਸਰਕਾਰ ਲਈ ਮੁਸ਼ਕਲ ਵਾਲੀ ਸਥਿਤੀ ਬਣ ਸਕਦੀ ਹੈ। ਉਹਨੂੰ ਏਦਾਂ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਪਾਰਟੀਆਂ ਨੂੰ ਕਾਲ ਕੀਤਾ, ਇਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਵੀ ਲਿਖੀ ਆ ਕੈਪਟਨ ਅਮਰਿੰਦਰ ਨੂੰ ਆਪਣੀ ਪਾਰਟੀ ਵੱਲੋਂ, ਕਾਂਗਰਸ ਪਾਰਟੀ ਵੱਲੋਂ। ਉਹਦੇ ਜਿਹੜੀਆਂ ਗੱਲਾਂ ਉਹਨਾਂ ਨੇ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਕੋਲ ਸਹਿਮਤੀ ਜਤਾਈ ਸੀ, ਉਹ ਗੱਲਾਂ ਜਿਹੜੀਆਂ ਉਹਦੇ 'ਚ ਲਿਖੀਆਂ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ। ਵੱਖਰੀ ਗੱਲ ਹੈ ਕਿ ਹਾਈ ਕਮਾਂਡ ਤੋਂ ਮਨਜ਼ੂਰੀ ਲੈਣੀ ਹੈ ਹਲੇ, ਜਾਂ ਸਹਿਮਤੀ ਲੈਣੀ ਹੈ ਵੀ ਕੀ ਪੰਜਾਬ ਦੇ ਵਿੱਚ ਐਕਟੀਵਿਟੀਜ਼ ਜਿਹੜੀ ਉਸ ਵਿੱਚ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਪਰ ਕੈਪਟਨ ਅਮਰਿੰਦਰ ਦਾ ਇਸ ਤਰ੍ਹਾਂ ਦੀ ਗੱਲ ਕਰਨਾ ਜਿਹੜਾ ਆ ਉਹ ਘੱਟੋ ਘੱਟ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਹੈ, ਇਹ ਉਹਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ। ਅੱਛਾ ਜੀ, ਅਕਾਲੀ ਦਲ ਨੂੰ ਮਨਾ ਕੀਤਾ ਸੀਗਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਸਾਰੀ ਫੁਰਤੀ ਨਾ ਦਿਖਾਓ, ਜੇ ਬੜਾ ਟਾਈਮ ਰਹਿੰਦਾ ਵਾ, ਸਿਆਸੀ ਜਿਹੜੇ ਕੰਮ ਨੇ ਉਹ ਕਰ ਲਿਓ ਤੁਸੀਂ, ਜਦੋਂ ਜਾਬਤਾ ਲੱਗ ਜਾਏਗਾ ਪੰਜਾਬ 'ਚ ਮਹੀਨਾ ਖੰਡ ਪਹਿਲਾਂ ਕਰ ਲਿਓ। ਪਰ ਲੱਗਦਾ ਹੈ ਕਿ ਸੁਖਬੀਰ ਬਾਦਲ ਦੇ ਨਾਂ ਦੇ ਉੱਤੇ ਉਹਦਾ ਅਸਰ ਨਹੀਂ ਹੋਇਆ, ਉਹਨਾਂ ਨੇ ਤੇ ਕੈਂਡੀਡੇਟ ਐਲਾਨਣੇ ਸ਼ੁਰੂ ਕਰਤੇ, 64-65 ਕੈਂਡੀਡੇਟ ਐਲਾਨ ਦਿੱਤੇ ਆ ਜੀ ਉਹਨਾਂ ਨੇ, ਤੇ ਉਹ ਪੋਲੀਟੀਕਲ ਐਕਟੀਵਿਟੀ ਤੇ ਕਿਸਮ ਦੀ ਉਹਨਾਂ ਦੀ ਉਸ ਤਰ੍ਹਾਂ ਹੀ ਜਾਰੀ ਹੈ। ਆਪਣੇ ਆਪ ਨੂੰ ਵੀ ਕੈਂਡੀਡੇਟ ਐਲਾਨਤਾ ਜਲਾਲਾਬਾਦ ਤੋਂ। ਹਾਂਜੀ, ਪਰ ਮਸਲਾ ਇਹ ਆ ਕਿ ਉਹ ਹਾਲੇ ਉਹ ਸਰਗਰਮੀ ਜਿਹੜੀ ਉਹਨਾਂ ਦੀ ਪੰਜਾਬ ਯਾਤਰਾ ਹੈਗੀ ਹੈ ਨਾ, ਗੱਲ ਪੰਜਾਬ ਦੀ, ਉਹ ਨਹੀਂ ਹਾਲੇ ਉਹਨਾਂ ਨੇ ਸ਼ੁਰੂ ਕੀਤੀ। ਉਹਦਾ 3 ਦਿਨ ਲੇਟ ਹੋ ਗਈ, ਹਾਲ ਫਿਲਹਾਲ 10 ਤਰੀਕ ਤੱਕ ਪੋਸਟਪੋਨ ਕੀਤੀ ਸੀ, ਅੱਜ 14 ਤਰੀਕ ਵੀ ਚੌਥਾ ਦਿਨ ਹੈ, ਕਹਿ ਲਓ ਵੀ 4 ਦਿਨ ਉਹ ਲੇਟ ਹੋ ਗਿਆ। ਤੇ ਹੁਣ 17 ਤਰੀਕ ਨੂੰ ਉਹਨਾਂ ਨੇ ਇੱਕ ਮਾਰਚ ਰੱਖਿਆ ਹੋਇਆ। ਕੈਂਡੀਡੇਟ ਅਨਾਉਂਸ ਕਰਨਾ ਹੋਰ ਗੱਲ ਹੈ, ਉਹ ਪ੍ਰੈਸ ਕਾਨਫਰੰਸ ਕਰਕੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਆ, ਉਹ ਥੱਲੇ ਕੋਈ ਚੋਣ ਰੈਲੀ ਕਰਨ ਨਹੀਂ ਗਏ ਜਾਂ ਕੋਈ ਵੱਡਾ ਇਕੱਠ ਨਹੀਂ ਉਹਨਾਂ ਨੇ ਕਿਤੇ ਕੀਤਾ। ਨਹੀਂ, ਪਰ ਹੈਗੀ ਤੇ ਪੋਲੀਟੀਕਲ ਐਕਟੀਵਿਟੀ ਹੈ ਨਾ ਜੀ, ਮਤਲਬ ਧਿਆਨ ਤੇ ਡਿਵਰਟ ਹੁੰਦਾ ਨਾ, ਜਿਹੜਾ ਕਿਸਾਨ ਮੋਰਚੇ ਵੱਲ ਲੋਕਾਂ ਦਾ ਧਿਆਨ ਲੱਗਾ ਉਹ ਤੇ ਡਿਵਰਟ ਹੁੰਦਾ ਨਾ। ਜਦੋਂ ਕੈਂਡੀਡੇਟ ਇੱਕ ਨੇ ਕੀਤੇ ਫਿਰ ਦੂਜੇ ਕਰਨਗੇ, ਫਿਰ ਸਿਆਸੀ ਐਕਟੀਵਿਟੀ ਤੇ ਹੈ ਨਾ ਜੀ ਇੱਕ ਕਿਸਮ ਦੀ, ਮਤਲਬ ਕਾਲੇਪਣ 'ਚ ਸਿਆਸੀ ਐਕਟੀਵਿਟੀ ਤੇ ਕਰ ਹੀ ਰਹੇ ਨਾ। ਗਿੱਲ ਸਾਹਿਬ, ਇਹ ਕੋਈ ਐਕਟੀਵਿਟੀ, ਇਹ ਉਦਾਂ ਦੀ ਐਕਟੀਵਿਟੀ ਨਹੀਂ ਜਿੱਦਾਂ ਦੀ ਐਕਟੀਵਿਟੀ ਤੋਂ ਕਿਸਾਨ ਜਥੇਬੰਦੀਆਂ ਨੇ ਇੱਕ ਅਪੀਲ ਕੀਤੀ ਆ ਵੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਦੂਜੀ ਗੱਲ, ਕਿਸਾਨ ਜਥੇਬੰਦੀਆਂ ਕੋਈ ਤਾਨਾਸ਼ਾਹ ਥੋੜਾ, ਕੋਈ ਡਿਕਟੇਟਰ ਥੋੜਾ ਜੋ ਕਹਿ ਦੇਣ ਬਈ ਅਸੀਂ ਕੋਈ ਪੈਰਲਲ ਹਕੂਮਤ ਥੋੜਾ ਇਹਨਾਂ ਦੀ ਕਿਸਾਨ ਜਥੇਬੰਦੀ। ਉਹਨਾਂ ਨੇ ਤੱਕ ਅਪੀਲ ਕੀਤੀ ਹੈ, ਮੰਨਣਾ ਨਾ ਮੰਨਣਾ ਇਹਨਾਂ ਦਾ ਕੰਮ ਹੈ। ਅਸੀਂ ਕਿਉਂ ਤਵੱਕੋ ਕਰਦੇ ਹਾਂ ਵੀ ਆਪਣੇ ਉਮੀਦਵਾਰ ਵੀ ਨਾ ਐਲਾਨਣ, ਹੋ ਉਮੀਦਵਾਰ ਐਲਾਨਣ ਦਾ ਉਹਨਾਂ ਦਾ ਰਾਈਟ ਹੈ ਨਾ, ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਤੇ ਨਵੇਂ ਪੋਲੀਟੀਕਲ ਐਕਟੀਵਿਟੀ, ਕਿਸਾਨ ਜਥੇਬੰਦੀ ਆਪਣਾ ਕੰਮ ਕਰਨ ਜੋ ਕਰਨਾ। ਪਰ ਜਿਹੜੀ ਗੱਲ ਤੋਂ ਰੁਕਿਆ ਗਿਆ ਉਹ ਤੋਂ ਹਾਲੇ ਰੁਕੇ ਹੋਏ ਆ। ਉਹਨਾਂ ਨੇ 2-3 ਹਜ਼ਾਰ ਦਾ ਇਕੱਠ ਕਦੀ ਨਾ ਕਿਤੇ ਕੀਤਾ, ਹਾਲੇ ਉਹ 17 ਨੂੰ ਰੱਖਿਆ, ਉਹ ਵੀ ਦਿੱਲੀ 'ਚ ਰੱਖਿਆ, ਉਹ ਵੀ ਕਿਸਾਨਾਂ ਦੇ ਹੱਕ 'ਚ ਰੱਖਿਆ। ਇਹ ਭਾਵੇਂ ਕਿਸਾਨਾਂ ਦੇ ਹੱਕ 'ਚ ਕਿੰਨੇ ਨਹੀਂ ਆਪਾਂ ਨੂੰ ਪਤਾ, ਪਰ ਸ਼੍ਰੋਮਣੀ ਅਕਾਲੀ ਦਲ 17 ਸਤੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪਾਰਲੀਮੈਂਟ ਭਵਨ ਤੱਕ ਮਾਰਚ ਕਰਦੇ ਆ, ਕਿਸਾਨਾਂ ਦੇ ਹੱਕ 'ਚ ਕਰ ਰਿਹਾ, ਦਾਅਵਾ ਉਹਨਾਂ ਦਾ ਇਹੀ ਹੈ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਯਾਤਰਾ ਗੱਲ ਪੰਜਾਬ ਦੀ ਸ਼ੁਰੂ ਕਰਨੀ ਆ ਜਾਂ ਨਹੀਂ ਕਰਨੀ ਆ ਉਹ ਦੱਸਣਗੇ।
ਹਾਲ ਫਿਲਹਾਲ ਉਹਨਾਂ ਨੇ ਆਪਣੀ ਯਾਤਰਾ 10 ਤਰੀਕ ਤੱਕ ਮੁਲਤਵੀ ਕੀਤੀ ਸੀ, ਪਰ 10 ਤੋਂ ਬਾਅਦ ਵੀ ਉਹਨਾਂ ਨੇ ਚਾਲੂ ਨਹੀਂ ਕੀਤੀ। ਹਾਲੇ ਸਿਰਫ ਆਪਣੇ ਉਮੀਦਵਾਰ ਉਹਨਾਂ ਨੇ ਐਲਾਨੇ ਆ, ਤੇ ਐਲਾਨੀ ਜਾਣ ਉਮੀਦਵਾਰ, ਕਿਤੇ ਵੀ ਐਲਾਨ ਸਕਦੇ ਹੋ, ਘਰੋਂ ਬੈਠ ਕੇ ਵੀ ਐਲਾਨ ਸਕਦੇ ਆ, ਉਹਨਾਂ ਕੀ ਫਰਕ ਪੈਂਦਾ। ਚਲੋ ਅੱਛਾ, ਹੁਣ ਥੋੜਾ ਜਿਹਾ ਆਪਾਂ ਫਿਰ ਕੇਂਦਰ ਵਾਲੇ ਇੱਕ ਵਾਰੀ ਚਲੀਏ। ਪੰਜਾਬ ਸਮਾਂ ਤੁਹਾਡੇ ਕੋਲ ਪਤਾ ਨਹੀਂ ਕਿੰਨਾ, ਤੁਸੀਂ ਉਧਰ ਵੀ ਜਾਣਾ ਹੋਣਾ, ਮੈਨੂੰ ਪਤਾ ਥੋੜਾ ਜਿਹਾ ਆਪਾਂ ਲੇਟ ਸ਼ੁਰੂ ਕਰ ਸਕੇ ਹਾਂ। ਜੇ ਸਮਾਂ ਹੈਗਾ ਤਾਂ ਮੈਂ ਇੱਕ ਅੱਧਾ ਕੁਐਸਚਨ ਤੁਹਾਡੇ ਨਾਲ ਹੋਰ ਕਰ ਸਕਦਾ? ਹਾਂ ਬਿਲਕੁਲ, ਲਾਸਟ ਆਪਾਂ ਕਰ ਲਈਏ, ਕਿਉਂਕਿ ਮੈਂ ਮਾਫੀ ਚਾਹੁੰਦਾ, ਕੱਲ ਤੋਂ ਅਸੀਂ ਬਿਲਕੁਲ ਸਮੇਂ ਤੇ ਤੁਹਾਨੂੰ ਮਿਲਿਆ ਕਰਾਂਗੇ। ਅੱਜ ਥੋੜੇ ਜਿਹੇ ਅਸੀਂ ਲੇਟ ਆਏ ਆ, ਪਰ ਕਿਉਂਕਿ ਮੈਨੂੰ ਜਿੱਥੇ ਮੈਂ ਜਾਣਾ ਉੱਥੇ 50 ਮਿੰਟ ਦਾ ਰਸਤਾ ਘੱਟੋ-ਘੱਟ, ਇਸ ਕਰਕੇ ਆਪਾਂ ਆਖਰੀ ਗੱਲ ਥੋੜੀ ਜਿਹੀ ਜੀ। ਅੱਛਾ, ਸੁਪਰੀਮ ਕੋਰਟ ਨੇ ਪਿਛਲੇ ਦਿਨੀ ਇੱਕ ਬੜਾ ਸਖਤ ਆਦੇਸ਼ ਕਹਿ ਲਓ ਜਾਂ ਇੱਕ ਬਿਆਨ ਆਇਆ ਸੀਗਾ ਜਿਹੜੇ ਚੀਫ ਜਸਟਿਸ ਨੇ ਉਹਨਾਂ ਦਾ, ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਸੁਪਰੀਮ ਕੋਰਟ ਦੀ ਪਰਵਾਹ ਨਹੀਂ ਕਰ ਰਹੀ ਤੇ ਸਾਨੂੰ ਕੁਝ ਨਾ ਕੁਝ ਕਰਨਾ ਪਏਗਾ। ਜਿਹੜਾ ਉਹ ਮਾਮਲਾ ਸੀ ਉਹ ਤੇ ਵੈਸੇ ਸੁਪਰੀਮ ਕੋਰਟ ਦੇ ਜੱਜਾਂ ਦਾ ਮਾਮਲਾ ਸੀ ਜਾਂ ਕੁਝ ਹੋਰ ਜਿਹੜੇ ਟ੍ਰਿਬਿਊਨਲ ਸੀ ਉਹਨਾਂ ਦਾ ਮਾਮਲਾ ਸੀਗਾ, ਪਰ ਹੁਣ ਤੇ ਐਂ ਲੱਗਦਾ ਹੈ ਕਿ ਮੋਦੀ ਸਰਕਾਰ ਸੁਪਰੀਮ ਕੋਰਟ ਤੋਂ ਉਦਾਂ ਹੀ ਬਾਗੀ ਹੋ ਗਈ। ਜਿਹੜਾ ਹਲਫਨਾਮਾ ਦੇਣ ਨੂੰ ਸੁਪਰੀਮ ਕੋਰਟ 'ਚ ਕਿਹਾ ਗਿਆ ਸੀਗਾ, ਜਿਹੜਾ ਜਸੂਸੀ ਕਾਂਡ ਹੋਇਆ ਪਿੱਛੇ, ਉਹਦੇ ਤੇ ਸਪਸ਼ਟ ਤੌਰ ਤੇ ਸਰਕਾਰ ਨੇ ਕਿਹਾ ਕਿ ਅਸੀਂ ਇਹ ਨਹੀਂ ਦੇਣਾ ਜੀ। ਮਤਲਬ ਸੁਪਰੀਮ ਕੋਰਟ ਦੇ ਨਿਯਮਾਂ ਦੀ ਪਰਵਾਹ ਜਿਹੜੀ ਆ ਉਹ, ਹਾਂਜੀ ਦੇਖੋ ਹੁਣ ਸੁਪਰੀਮ ਕੋਰਟ ਤੇ ਕਿਸ ਤਰ੍ਹਾਂ ਦਾ ਕੁਝ ਆਪਣੀ ਗੱਲ ਕਹਿੰਦੀ ਹੈ। ਪੈਗਾਸਸ ਜਸੂਸੀ ਕਾਂਡ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੋਲਿਸਿਟਰ ਜਨਰਲ ਨੇ ਭਾਰਤ ਸਰਕਾਰ ਦੇ, ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਹਲਫਨਾਮਾ ਨਹੀਂ ਦੇਣਾ। ਦੇਖੋ ਅਸੀਂ ਇੱਕ ਕਮੇਟੀ ਬਣਾ ਲੈਣੀ ਹੈ, ਜੋ ਕਮੇਟੀ ਉਹ ਰਿਪੋਰਟ ਦੇਗੀ, ਉਸ ਤੋਂ ਬਾਅਦ ਉਹ ਰਿਪੋਰਟ ਵੀ ਜਿਹੜੀ ਹੈ ਜਨਤਕ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਰਿਪੋਰਟ ਜਿਹੜੀ ਆ ਜਾਏਗੀ। ਪਰ ਕੋਈ ਹਲਫਨਾਮਾ ਦੇਣ ਦੀ ਗੱਲ ਉਹਨਾਂ ਨੇ ਉੱਥੋਂ ਇਨਕਾਰ ਕੀਤਾ। ਇਹਦੇ ਤੇ ਹੁਣ ਸੁਪਰੀਮ ਕੋਰਟ ਕਿਵੇਂ ਇਹਨੂੰ ਲੈਂਦੀ ਹੈ, ਕਿਵੇਂ ਸਮਝਦੀ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਦੇ ਕੁਝ ਜਿਹੜੀਆਂ ਫੈਸਲੇ ਆ ਰਹੇ ਸੀ ਜਾਂ ਕੁਝ ਜਿਸ ਢੰਗ ਦੇ ਨਾਲ ਕੁਝ ਨਿਰਦੇਸ਼ ਜਾਰੀ ਕੀਤੇ ਜਾ ਰਹੇ ਸੀ, ਉਹ ਕਾਫੀ ਮੁਸ਼ਕਲ ਸਥਿਤੀ ਪੈਦਾ ਕਰ ਰਹੇ ਸੀ ਨਰਿੰਦਰ ਮੋਦੀ ਸਰਕਾਰ ਲਈ। ਤੇ ਹੁਣ ਜਿਸ ਢੰਗ ਦੇ ਨਾਲ ਭਾਰਤ ਸਰਕਾਰ ਨੇ ਇਨਕਾਰ ਕੀਤਾ, ਉਹ ਲੱਗਦਾ ਹੈ ਕਿ ਇੱਕ ਵਾਰ ਫਿਰ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਸੁਪਰੀਮ ਕੋਰਟ ਤੇ ਵੀ, ਜਿਹੜਾ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਹੈ, ਇਹ ਨੁਕਸਾਨ ਹੀ ਕਰੇਗਾ। ਮੈਂ ਇਹ ਸਮਝਦਾ ਵੀ ਜਿੱਦਾਂ ਸਾਡੇ ਜਿਹੜੇ ਕੁਝ ਪੱਤਰਕਾਰ ਜਿਹੜੇ ਹੈਗੇ ਆ, ਜਾਂ ਕੁਝ ਜਿਹੜੇ ਅਦਾਰੇ ਹੈਗੇ ਆ, ਜਰਨਲਿਸਟ ਦੇ ਅਦਾਰੇ ਹੈਗੇ ਆ, ਦਾ ਵਾਇਰ ਹੈ, ਜਾਂ ਕੁਝ ਹੋਰ ਜਿਹੜੇ ਵੈਬ ਪੋਰਟਲ ਹੈਗੇ ਆ, ਸਮਾਚਾਰ ਜਿਹੜੇ ਚੈਨਲ ਆ, ਉਹਨਾਂ ਤੇ ਵੀ ਜਿੱਦਾਂ ਦਬਾਅ ਆ, ਜਿਵੇਂ ਈਡੀ ਦੇ ਛਾਪੇ ਮਰਵਾਏ ਜਾ ਰਹੇ ਆ, ਤੇ ਇੱਦਾਂ ਹੀ ਕੁਝ ਹੋਰ ਸੰਵਿਧਾਨਕ ਜਿਹੜੇ ਅਦਾਰੇ ਆ, ਚਾਹੇ ਸੁਪਰੀਮ ਕੋਰਟ ਆ, ਉਹਦੇ ਤੇ ਵੀ ਇੱਕ ਫਿਰ ਤੋਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ। ਤੇ ਇਹ ਕੋਈ ਸਰਕਾਰ ਦੇ ਪੱਖ 'ਚ ਨਹੀਂ ਲੈਣੀਆਂ ਗੱਲਾਂ। ਇਹ ਇਤਿਹਾਸ ਇਹੀ ਦੱਸਦਾ ਕਿ ਇੱਦਾਂ ਦੀਆਂ ਜਿਹੜੀਆਂ ਕੁਝ ਗੱਲਾਂ ਹੁੰਦੀਆਂ, ਇਹ ਸਗੋਂ ਤੁਹਾਡੀਆਂ ਜੜ੍ਹਾਂ ਹੀ ਵੱਢਿਆ ਕਰਦੀਆਂ। ਹੌਲੀ ਹੌਲੀ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝਣ ਲੱਗ ਪੈਂਦੇ ਆ, ਤੇ ਫਿਰ ਇੱਕ ਵਿਦਰੋਹ ਜਿਹੜਾ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਸਾਨੂੰ ਸਾਹਮਣਾ ਕਰਨ ਵਾਸਤੇ ਉਹਦੇ ਲਈ ਤਿਆਰ ਰਹਿਣਾ ਪਏਗਾ। ਸੋ ਦਸਾਂਝ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਮਾਂ ਹੋ ਗਿਆ ਆਪਣਾ ਵੀ ਤੇ ਤੁਸੀਂ ਵੀ ਜਾਣਾ ਦੂਜੇ ਪਾਸੇ। ਕੱਲ ਤੋਂ ਆਪਾਂ ਕੋਸ਼ਿਸ਼ ਕਰੀਏ ਕਿ ਪੂਰੇ 8 ਵਜੇ ਆਪਾਂ ਪ੍ਰੋਗਰਾਮ ਕਰ ਸਕੀਏ। ਅਜੇ ਮੈਨੂੰ ਥੋੜਾ ਜਿਹਾ ਤੁਹਾਡੇ ਨਾਲ ਇੱਕ ਐਡਜਸਟ ਕਰਨਾ ਪੈਣਾ ਹੈ ਕਿ ਵੀਰਵਾਰ ਵਾਲੇ ਦਿਨ ਜੇ ਹੋ ਸਕੇ ਤੇ ਆਪਾਂ ਥੋੜਾ ਪਹਿਲਾਂ ਵਾਲਾ ਜਿਹੜਾ ਸਮਾਂ ਆ ਉਹਦੇ ਵਿੱਚ ਆ ਜਾਈਏ, ਕਿਉਂਕਿ ਸਾਡੇ ਇੱਕ ਮੈਂਬਰ ਪਾਰਲੀਮੈਂਟ ਰੂਬੀ ਸੋਹਤਾਰਾਂ ਨੇ ਸਾਨੂੰ ਟਾਈਮ ਦਿੱਤਾ ਆ। ਉਹਨਾਂ ਕਿਹਾ ਕਿ ਮੈਂ 7:30 ਤੋਂ 8 ਦੇ ਦਰਮਿਆਨ ਆ ਸਕਦੀ, ਹੋ ਸਕਦਾ ਮੈਨੂੰ 8 ਵੱਜ ਜਾਣ। ਸੋ ਅਸੀਂ ਚਾਹਾਂਗੇ ਕਿ ਕਿਉਂਕਿ ਲੋਕਲ ਨੂੰ ਵੀ ਟਾਈਮ ਦੇਣਾ ਥੋੜਾ, ਤੇ ਕੋਸ਼ਿਸ਼ ਕਰੀਏ ਕਿ ਉਸ ਦਿਨ ਤੁਸੀਂ ਵੀਰਵਾਰ ਥੋੜਾ ਪਹਿਲਾਂ ਆ ਕੇ ਸਾਡੇ ਨਾਲ ਜਿਹੜੀ ਆ ਉਹ ਜਿਹੜਾ ਸਾਡਾ ਪਹਿਲਾ ਟਾਈਮ ਉਹ 'ਚ ਗੱਲ ਕਰ ਸਕੋ। ਜੀ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਜੀ ਬਹੁਤ ਧੰਨਵਾਦ ਜੀ ਤੁਹਾਡਾ ਦਸਾਂਝ ਸਾਹਿਬ, ਸ਼ੁਕਰੀਆ। ਮਿਹਰਬਾਨੀ।